ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋ ਪਾਵਨ ਬਾਣੀ ਜਪਜੀ ਸਾਹਿਬ, ਜੋ ਲੜੀਵਾਰ ਵਿਚਾਰ ਚੱਲ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਸਿੱਧਾਂ ਦੇ ਨਾਲ ਗੋਸ਼ਟ ਵਿਚਾਰ ਹੋਈ ਹੈ ਸੁਮੇਰ ਪਰਬਤ ਤੇ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਜੀਵਨ ਕਿਰਤਾਰਥ ਕਰਨ ਦਾ ਕੋਈ ਸੁਖਾਲਾ ਸਾਧਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਸਾਨੂੰ ਦੱਸੋ। ਹਜ਼ੂਰ ਨੇ 7 ਭੂਮਿਕਾ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ। ਪਹਿਲੀ ਸ਼ੁਭ ਇੱਛਾ, ਦੂਸਰੀ ਸ਼ੁਭ ਵਿਚਾਰਨਾ ਜਿਸ ਨੂੰ ਸ਼ੁਭ ਵਿਚਾਰ ਵੀ ਕਿਹਾ ਜਾਂਦਾ ਹੈ, ਔਰ ਤੀਸਰੀ ਜੋ ਤਨੂ ਮਾਨਸਾ ਭੂਮਿਕਾ ਹੈ। ਅੱਜ ਦੇ ਪੌੜੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤੀ ਹੈ, ਜਿਵੇਂ ਜਿਵੇਂ ਸਿੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਨ ਕਰਦੇ ਹੈ,
ਤਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਯੋਗ ਉੱਤਰ ਦੇਣ ਲਈ, ਸ਼ੰਕਿਆਂ ਭਰਮਾਂ ਨੂੰ ਨਿਵਰਤ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਵੇਦ ਦੇ ਅੰਦਰ ਕਰਮ, ਉਪਾਸਨਾ ਅਤੇ ਗਿਆਨ ਕਥਨ ਕੀਤਾ ਹੈ, ਤਿਵੇਂ ਮਹਾਰਾਜ ਆਪ ਵੀ ਕਿਰਪਾ ਕਰਕੇ ਸਾਨੂੰ ਕਥਨ ਕਰਕੇ ਦੱਸੋ। ਹੇ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਵੇਦਾਂ ਦੇ ਅੰਦਰ ਕਰਮ, ਉਪਾਸਨਾ ਅਤੇ ਗਿਆਨ ਹੈ, ਤਿਵੇਂ ਆਪ ਮਹਾਰਾਜ ਸੱਚੇ ਪਾਤਸ਼ਾਹ ਦੱਸੋ ਕਿ ਇਹ ਕਰਮ, ਉਪਾਸਨਾ ਤੇ ਗਿਆਨ ਵੀ ਹੈ ਕਿ ਹੋਰ ਵੀ ਇਹਦੋਂ ਅੱਗੇ ਕੋਈ ਅਵਸਥਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ, ਸਿੱਧੋ ਵੇਦ ਕੇਵਲ ਕਰਮ, ਉਪਾਸਨਾ ਅਤੇ ਗਿਆਨ ਇਹ ਕਥਨ ਕਰਦਾ ਹੈ। ਅਸੀਂ 5 ਅਵਸਥਾਵਾਂ ਕਥਨ ਕਰਕੇ ਤੁਹਾਨੂੰ ਉਪਦੇਸ਼ ਬਖਸ਼ਾਂਗੇ। 5 ਅਵਸਥਾਵਾਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜੀ, ਜੋ 5 ਖੰਡ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਦੂਸਰੇ ਅੰਤਰੀ ਭਾਵ ਦੇ ਵਿੱਚ ਜੋ ਅਰਥ ਆਉਣਗੇ ਉਹਦੇ ਵਿੱਚ ਧਰਮ ਖੰਡ ਦਾ ਵੀ ਜ਼ਿਕਰ ਕਰਨਾ ਹੈ। ਔਰ ਜਿਵੇਂ ਸਿੱਧਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰੋ ਕਿ ਜਗਤ ਅੰਦਰ ਕਿਵੇਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਇਹ ਸ੍ਰਿਸ਼ਟੀ ਨੂੰ ਬਣਾਇਆ ਹੈ, ਔਰ ਇਸੇ ਪ੍ਰਕਾਰ ਜੀਵਾਂ ਦੇ ਕਰਮ ਕਿਹੋ ਜਿਹੇ ਹਨ। ਪਰਮਾਤਮਾ ਦੇ ਦਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਵ ਕਿਵੇਂ ਜਾਣੇ ਜਾਂਦੇ ਹੈ, ਜਿਸ ਨੇ ਜਗਤ ਅੰਦਰ ਜਿਹੋ ਜਿਹੇ ਕਰਮ ਕੀਤੇ ਹੁੰਦੇ ਹੈ। ਕੋਈ ਚੰਗੇ ਕਰਮ ਕਰਦਾ, ਕੋਈ ਮੰਦੇ ਕਰਦਾ ਹੈ। ਇਸ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਸ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤੀ ਰੁੱਤੀ ਥਿਤੀ ਵਾਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ 34ਵੀਂ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਸ ਪੌੜੀ ਦੇ ਵਿੱਚ 99 ਅਰਥ ਕਰਕੇ ਸਾਧ ਸੰਗਤ ਜੀ, ਜੋ ਅਰਥ ਦੀ ਪੌੜੀ ਦੀ ਅਰਥਾਂ ਦੀ ਪ੍ਰਾਰੰਭਤਾ ਹੋਵੇਗੀ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪਹਿਲੇ ਅਰਥ ਦੇ ਵਿੱਚ ਕਿ ਪਰਮੇਸ਼ਰ ਨੇ ਆਕਾਸ਼ ਅਤੇ ਪਾਤਾਲ ਦੇ ਦਰਮਿਆਨ ਵਿੱਚ, ਕਹਿੰਦੇ ਵਿਚਕਾਰ ਨੂੰ, ਦਰਮਿਆਨ ਨੂੰ, ਧਰਤੀ ਪਰਮਾਤਮਾ ਨੇ ਇਹ ਸਾਲ ਕਹਿੰਦੇ ਨੇ ਜਗ੍ਹਾ ਨੂੰ, ਧਰਤੀ ਦੀ ਜਗ੍ਹਾ ਪਰਮੇਸ਼ਰ ਨੇ ਸਵਾਰ ਕਰਕੇ ਬਣਾ ਕਰਕੇ ਰੱਖੀ ਹੈ, ਜਿਸ ਨੂੰ ਸਾਧ ਸੰਗਤ ਜੀ ਭਾਰਤ ਖੰਡ ਵੀ ਆਖਿਆ ਜਾਂਦਾ ਹੈ। ਇਸ ਭਾਰਤ ਖੰਡ ਦੇ ਵਿੱਚ ਮਨੁੱਖ ਜਿਹੋ ਜਿਹੇ ਕਰਮ ਕਰਦੇ ਆ ਨਾ, ਪੁੰਨੀ ਪੁੰਨ ਕਰਮ ਕਰਦੇ ਹੈ, ਦਾਨੀ ਦਾਨ ਕਰਮ ਕਰਦੇ ਹੈ, ਔਰ ਪਾਪੀ ਪਾਪ ਕਰਮ ਕਰਦੇ ਹੈ। ਮਨੁੱਖ ਜਿਹੋ ਜਿਹੇ ਕਰਮ ਕਰਦੇ ਹੈ, ਫਿਰ ਹੋਰ ਖੰਡਾਂ ਵਿੱਚ ਜਾ ਕੇ ਉਹਨਾਂ ਦਾ ਫਲ ਭੋਗਦੇ ਹੈ। ਜੋ ਭਾਰਤ ਖੰਡ ਹੈ, ਜਿਸ ਨੂੰ ਭਾਰਤ ਵਰਸ਼ ਵੀ ਆਖਿਆ ਜਾਂਦਾ ਹੈ, ਇਸ ਵਿੱਚ ਬਹੁਤਾਤ ਵਿੱਚ ਜੀਵ ਕਰਮ ਕਰਦੇ ਹੈ। ਹੋਰ ਖੰਡਾਂ ਵਿੱਚ ਬਹੁਤਾਤ ਵਿੱਚ ਕਰਮਾਂ ਨੂੰ ਭੋਗਦੇ, ਉਹਨਾਂ ਦਾ ਫਲ ਜਾ ਕਰਕੇ ਭੋਗਦੇ ਵੈ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਿਸ ਸਮੇਂ 9 ਖੰਡਾਂ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਵਿਚਰੇ ਹੈ, ਹਜ਼ੂਰ ਨੇ ਸਭ ਥਾਵਾਂ ਤੇ ਜਾ ਕੇ ਉਪਦੇਸ਼ ਬਖਸ਼ਿਸ਼ ਕੀਤਾ ਸੀਗਾ। ਉਸ ਸਮੇਂ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਵੀ ਜ਼ਿਕਰ ਆਵੰਦਾ ਹੈ ਕਿ ਜਿਵੇਂ ਜਿਵੇਂ ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੈ, ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਯੋਗ ਉੱਤਰ ਦੇਣ ਦੇ ਵਾਸਤੇ
ਸਤਿਗੁਰੂ ਜੀ ਸ਼ੰਕਾ ਕਿਸੇ ਵੀ ਪ੍ਰਕਾਰ ਦਾ ਮਨ ਵਿੱਚ ਕਦੇ ਨਹੀਂ ਸਨ ਰਹਿਣ ਦਿੰਦੇ। ਕਿਸੇ ਤਰ੍ਹਾਂ ਦਾ ਮਨ ਵਿੱਚ ਭਰਮ ਹੋਣਾ, ਕਿਸੇ ਪ੍ਰਕਾਰ ਦਾ ਕੋਈ ਮਨ ਵਿੱਚ ਸ਼ੰਕਾ ਹੋਣਾ, ਸਤਿਗੁਰੂ ਜੀ ਉਸ ਸਮੇਂ ਹੀ ਉਪਦੇਸ਼ ਦੇ ਕਰਕੇ ਸ਼ੰਕਿਆਂ ਭਰਮਾਂ ਦੀ ਨਿਵਰਤੀ ਕਰ ਦਿੰਦੇ ਸਨ। ਔਰ ਹਜੂਰ ਨੇ ਉਸ ਸਮੇਂ ਇਹ ਵਚਨ ਕੀਤੇ ਸਨ, ਜਿਵੇਂ ਭਾਈ ਬਾਲਾ ਜੀ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰਵਾਇਆ ਹੈ ਕਿ ਮਹਾਰਾਜ ਉਸ ਸਮੇਂ ਸਤਿਗੁਰਾਂ ਨੇ ਇਹ ਵਚਨ ਕੀਤੇ ਸਨ ਕਿ ਭਾਰਤ ਖੰਡ ਤੋਂ ਬਿਨਾਂ ਹੋਰ ਜਿਹੜੇ ਖੰਡ ਹੈ ਨਾ, ਉਹਨਾਂ ਖੰਡਾਂ ਦੇ ਵਿੱਚ ਜੀਵ ਕਰਮ ਘੱਟ ਕਰਦੇ ਤੇ ਫਲ ਜ਼ਿਆਦਾ ਭੋਗਦੇ ਹੈ। ਕੇਵਲ ਇਹ ਭਾਰਤ ਖੰਡ ਹੈ ਜਿਸ ਨੂੰ ਪਰਮਾਤਮਾ ਨੇ ਧਰਮਸ਼ਾਲਾ ਬਣਾ ਕੇ ਜਗਤ ਅੰਦਰ ਸਥਾਪਨ ਕੀਤਾ ਹੋਇਆ ਹੈ। ਪਤਾਲ ਅਤੇ ਆਕਾਸ਼ ਦੇ ਵਿੱਚ ਵਿਚਕਾਰ ਦਰਮਿਆਨ ਪਰਮੇਸ਼ਰ ਨੇ ਇਸ ਭਾਰਤ ਖੰਡ ਨੂੰ ਬਣਾਇਆ ਹੈ। ਜਿਵੇਂ ਕਿ ਇੱਕ ਧਰਮਸ਼ਾਲਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਰਤ ਖੰਡ ਇੱਕ ਧਰਮਸ਼ਾਲਾ ਦੀ ਤਰ੍ਹਾਂ ਹੀ ਪਰਮੇਸ਼ਰ ਨੇ ਬਣਾਈ ਹੈ। ਔਰ ਫਿਰ ਗਰੀਬ ਨਵਾਜ ਸਤਿਗੁਰੂ ਜੀ ਨੂੰ ਫੇਰ ਸਿੱਧਾ ਨੇ ਪ੍ਰਸ਼ਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜਗਤ ਅੰਦਰ ਜਿਵੇਂ ਜਿਵੇਂ ਧਰਮਸ਼ਾਲਾ ਇਹ ਭਾਰਤ ਖੰਡ ਦੇ ਅੰਦਰ ਮਨੁੱਖ ਕਰਮ ਕਰਦੇ ਹੈ, ਕਦੋਂ ਕਦਮ ਕਰਮ ਕਰਦੇ ਨੇ, ਹੇ ਸਤਿਗੁਰੂ ਜੀ ਉਹਨਾਂ ਦੇ ਕੀ ਰੰਗ ਹੈ, ਕਿਵੇਂ ਕਿਵੇਂ ਉਹਨਾਂ ਦੀਆਂ ਜੁਗਤਾਂ ਨੇ। ਹੇ ਸਤਿਗੁਰੂ ਜੀ ਇਸ ਪ੍ਰਥਾਏ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਰੰਭਤਾ ਤੋਂ ਬਚਨ ਕਰਦੇ ਹਨ। ਰਾਤੀ ਰੁੱਤੀ ਥਿਤੀ ਵਾਰ। ਉਹਨਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਇਹ ਭਾਰਤ ਖੰਡ ਦੇ ਵਿੱਚ ਮਨੁੱਖ ਸੰਸਾਰ ਦੇ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਹੈ, ਇਹ ਕਦੋਂ ਕਦੋਂ ਕਰਮ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਰਾਤੀ ਰਾਤ ਦੇ ਸਮੇਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਆਉਂਦੇ ਆ ਨਾ ਕਿ 4 ਪਹਿਰ ਜਿਹੜਾ ਦਿਨ ਹੈ ਤੇ 4 ਪਹਿਰ ਹੀ ਸਾਧ ਸੰਗਤ ਜੀ ਰਾਤ ਹੈ। ਇਹ 8 ਪਹਿਰ ਨੇ। 4 ਪਹਿਰ ਰਾਤ ਦੇ ਹਿੱਸੇ ਆਉਂਦੇ ਤੇ 4 ਪਹਿਰ ਦਿਨ ਦੇ ਹਿੱਸੇ ਆਉਂਦੇ ਹੈ। ਜਿਵੇਂ 24 ਘੰਟਿਆਂ ਵਿੱਚੋਂ 12 ਘੰਟੇ ਰਾਤ ਦੇ ਹਿੱਸੇ ਕਿਹਾ ਜਾਂਦਾ ਤੇ 12 ਘੰਟੇ ਹੀ ਦਿਨ ਦੇ ਹਿੱਸੇ ਆਉਂਦੇ ਹੈ। ਇਹ ਪਰਮੇਸ਼ਰ ਦੀ ਬਣਾਈ ਹੋਈ ਜਗਤ ਦੀ ਮਰਜ਼ਾਦਾ ਹੈ। ਇਹ ਰਾਤ ਦੇ ਸਮੇਂ ਜੋ ਸੰਸਾਰ ਦੇ ਜੀਵ ਕਰਮ ਕਰਦੇ ਹੈ, ਚੋਰ ਜਿਹੜੇ ਹਨ ਉਹ ਵੀ ਸਾਧ ਸੰਗਤ ਜੀ ਚੋਰੀ ਰਾਤ ਦੇ ਸਮੇਂ ਕਰਦੇ ਹੈ। ਤੇ ਜਿਸ ਪ੍ਰਕਾਰ ਜਿਹੜੇ ਭਜਨੀਕ ਹੈ, ਭਜਨ ਕਰਨ ਵਾਲੇ ਭਜਨਾਨੰਦੀ ਗੁਰਮੁਖ ਪਿਆਰੇ ਹੈ, ਜੋ ਭਜਨ ਦਾ ਆਨੰਦ ਮਾਣਦੇ ਹੈ, ਉਹ ਭਜਨ ਵੀ ਰਾਤ ਦੇ ਸਮੇਂ ਕਰਦੇ ਹੈ। ਔਰ ਜਿਹੜੇ ਵਿਸ਼ਿਆਂ ਵਿਕਾਰਾਂ ਨੂੰ ਭੋਗਣ ਵਾਲੇ ਭੋਗੀ ਜੀਵ ਹੈ, ਉਹ ਵੀ ਰਾਤ ਦੇ ਸਮੇਂ ਹੀ ਇਸ ਪ੍ਰਕਾਰ ਉਹ ਕਰਮ ਕਰਦੇ ਹੈ। ਇਹ ਤਮਾਮ ਪੈਦਾ ਕੀਤੇ ਹੋਏ ਪਰਮੇਸ਼ਰ ਦੇ ਜੀਵ ਹੈ। ਰਾਤੀ ਰਾਤ ਦੇ ਸਮੇਂ ਕਿੰਨੇ ਹੀ ਸੰਸਾਰ ਦੇ ਅੰਦਰ ਜੀਵ ਕਰਮ ਕਰਦੇ ਹੈ। ਔਰ ਇਸਲਾਮ ਦੇ ਵਿੱਚ ਜੋ ਮੁਸਲਮਾਨ ਵੀਰ ਹੈ, ਉਹ ਵੀ ਸਾਧ ਸੰਗਤ ਜੀ ਬਹੁਤ ਘਾਲਣਾ ਘਾਲਦੇ ਹੈ। ਜੋ ਰਾਤ ਦੇ ਸਮੇਂ ਹੀ ਕਹਿੰਦੇ ਕਿ ਅਕਾਲ ਪੁਰਖ ਜਾਂ ਖੁਦਾ ਨੂੰ ਯਾਦ ਕਰਦੇ, ਖੁਦਾ ਦੀ ਇਬਾਦਤ ਕਰਦੇ ਹੈ, ਬਹੁਤ ਮਸ਼ੱਕਤਾਂ ਘਾਲਦੇ ਹੈ। ਫਿਰ ਰਾਤ ਦੇ ਸਮੇਂ ਕਈ ਸੰਸਾਰ ਦੇ ਅੰਦਰ ਕੋਈ ਟੂਣੇ ਟਾਮਣ ਵੀ ਕਰਦੇ ਹੈ। ਇਹ ਇੱਕ ਨਹੀਂ ਕਈ ਪ੍ਰਕਾਰ ਦੇ ਜਿਹੜੇ ਸੰਸਾਰ ਦੇ ਜੀਵ ਹਨ, ਉਹ ਰਾਤ ਦੇ ਸਮੇਂ ਕਰਮ ਕਰਦੇ ਹੈ। ਇਹ ਸਾਧ ਸੰਗਤ ਜੀ ਰਾਤ ਨੂੰ ਗੁਰਬਾਣੀ ਅੰਦਰ ਪਿਛਲਾ ਪਹਿਰ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਵਾਜਿਆ। ਕਹਿੰਦੇ ਹਨ ਕਿ ਜਿਵੇਂ 4 ਪਹਿਰ ਦਿਨ ਤੇ 4 ਪਹਿਰ ਰਾਤ ਮੰਨੀ ਗਈ ਹੈ। ਰਾਤ ਨੂੰ ਪਹਿਲੇ ਪਹਿਰ ਕਹਿੰਦੇ ਭਜਨਾਨੰਦੀ ਜਿਹੜੇ ਗੁਰਮੁਖ ਪਿਆਰੇ ਉਹ ਭਜਨ ਕਰਦੇ ਹੈ। ਫਿਰ 2 ਪਹਿਰ ਆਰਾਮ ਕਰਦੇ ਹੈ, ਸਰੀਰ ਦਾ ਰੈਸਟ ਕਰਦੇ ਹੈ। ਤੇ ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕਰਕੇ ਫਿਰ ਪਰਮਾਤਮਾ ਦਾ ਭਜਨ ਕਰਨ ਲੱਗ ਪੈਂਦੇ ਹੈ। ਐਸੇ ਜਿਹੜੇ ਭਜਨ ਦਾ ਆਨੰਦ ਲੈਣ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਵਾਲੇ ਆ, ਤਿਨਾਂ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ। ਭਿੰਨੀ ਰੈਣੜੀਐ ਚਾ ਮੱਕਨ ਤਾਰੇ, ਜਗ ਹੈ ਸੰਤ ਜਨਾ ਮਿਲ ਰਾਮ ਪਿਆਰੇ। ਰਾਮ ਪਿਆਰੇ ਸਦਾ ਜਗ ਹੈ, ਰਾਮ ਸਿਮਰਹਿ ਅਨ ਦਿਨੋ। ਉਹ ਰਾਤ ਵੀ ਦਿਨੇ ਵੀ ਹਰ ਸਮੇਂ ਪਰਮੇਸ਼ਰ ਦਾ ਨਾਮ ਦਾ ਚਿੰਤਨ ਕਰਦੇ ਰਹਿੰਦੇ ਹੈ। ਜਿਵੇਂ ਸਾਧ ਸੰਗਤ ਜੀ ਸਿਆਣਿਆਂ ਨੇ ਕਥਨ ਕੀਤਾ, ਕਹਿੰਦੇ ਹਨ ਪਹਿਲੇ ਪਹਿਰ ਹਰ ਕੋਈ ਜਾਗੇ, ਦੂਜੇ ਪਹਿਰ ਭੋਗੀ, ਤੀਜੇ ਪਹਿਰ ਤਸਕਰ ਜਾਗੇ, ਚੌਥੇ ਪਹਿਰ ਜੋਗੀ।
ਕਹਿੰਦੇ ਚੌਥੇ ਪੈਰ ਜਿਹੜਾ ਜੋਗੀ, ਜੋਗੀ ਨਾਮ ਹੈ ਜੁੜੇ ਹੋਏ ਦਾ। ਅਸਲ ਦੇ ਵਿੱਚ ਵਰਤਮਾਨ ਸਮੇਂ ਅੰਦਰ, ਸੰਸਾਰ ਦੇ ਅੰਦਰ ਭੇਖ ਦਾ ਇੰਨਾ ਜ਼ਿਆਦਾ ਵਿਖਾਵਾ ਵੱਧ ਜਾਣਾ ਕੀਤਾ ਕਿ ਜੋਗੀ ਸ਼ਬਦ ਨੂੰ ਸਾਧ ਸੰਗਤ ਜੀ ਭਿੱਟਣ ਦਾ ਯਤਨ ਕੀਤਾ ਜਾ ਰਿਹਾ ਹੈ। ਜੋਗੀ ਅਸਲ ਦੇ ਵਿੱਚ ਜੁੜੇ ਹੋਏ ਨੂੰ ਆਖਿਆ ਜਾਂਦਾ, ਜਿਹਦੀ ਸੁਰਤ ਰੱਬ ਦੇ ਨਾਲ ਜੁੜੀ ਹੋਈ ਹੈ। ਜਿਸ ਨੇ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ ਰੱਖਿਆ ਹੈ ਉਹਨੂੰ ਕਿਹਾ ਜਾਂਦਾ ਜੋਗੀ। ਤੇ ਜੋਗ ਨਾਮ ਜੁੜਨ ਦਾ ਹੈ, ਜਿਹੜਾ ਜੁੜਿਆ ਹੋਇਆ ਨੂੰ ਜੋਗੀ ਆਖ ਦਿੱਤਾ ਜਾਂਦਾ। ਜਿਵੇਂ ਪਾਠ ਤੇ ਪਾਠ ਕਰਨ ਵਾਲੇ ਨੂੰ ਪਾਠੀ ਕਿਹਾ ਜਾਂਦਾ, ਰਸਤਾ ਹੈ ਰਾਹ ਹੈ ਤੇ ਰਸਤੇ ਤੇ ਚੱਲਣ ਵਾਲੇ ਨੂੰ ਰਾਹੀ ਆਖਿਆ ਜਾਂਦਾ। ਇਸ ਪ੍ਰਕਾਰ ਜੋਗੀ ਹੈ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਹੈ। ਪਿਛਲੇ ਪੈਰ ਉੱਠ ਕੇ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਸੁਰਤ ਜੋੜਦੇ ਹੈ, ਵਾਹਿਗੁਰੂ ਦੇ ਭਜਨ ਬੰਦਗੀ ਵਿੱਚ ਆਪਣੇ ਚਿੱਤ ਨੂੰ ਲਗਾਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕਰਕੇ ਭਜਨਾਨੰਦ ਭਜਨ ਕਰਨ ਵਾਲੇ ਗੁਰਮੁਖਾਂ ਦਾ ਐਸਾ ਜੀਵਨ ਹੈ। ਔਰ ਇਉਂ ਹੀ ਸਾਧ ਸੰਗਤ ਹਜੂਰ ਦੇ ਭਗਤ ਰਸਨਾ ਦੁਆਰਾ ਜਿਵੇਂ ਬਚਨ ਆਉਂਦੇ, ਪਿਛਲ ਪਹਿਰ ਨਾ ਜਾਗਿਓ ਹੈ ਜੀਵ ਦੜੋ ਮੋਇਓ ਹੈ। ਕਹਿੰਦੇ ਜਿਉਂਦੇ ਹੋਏ ਮੁਰਦਿਆਂ ਦੇ ਸਮਾਨ ਹੈ ਜਿਹੜੇ ਪਿਛਲੇ ਪੈਰ ਨਹੀਂ ਉੱਠਦੇ। ਅੰਮ੍ਰਿਤ ਵੇਲੇ ਨੂੰ, ਪਿਛਲੇ ਪਹਿਰ ਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ। ਔਰ ਇਸ ਪ੍ਰਕਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਪਿਛੇ ਜਪਜੀ ਸਾਹਿਬ ਦੀਆਂ ਪਹਿਲਾਂ ਪੌੜੀਆਂ ਦੇ ਅੰਦਰ ਵਿਚਾਰ ਆਈ ਹੈ। ਭਾਵੇਂ ਗੁਰਬਾਣੀ ਵਿੱਚ ਹਰ ਸਮੇਂ ਜਾਗਦਿਆਂ, ਸੌਂਦਿਆਂ, ਚੱਲਦਿਆਂ, ਫਿਰਦਿਆਂ ਹਰ ਸਮੇਂ ਸਿਮਰਨ ਕਰਨ ਦਾ ਉਪਦੇਸ਼ ਹੈ, ਪਰ ਰਾਰ ਦੇ ਜਿਹੜੇ ਚਾਰ ਪਹਿਰਾਂ ਦੇ ਵਿੱਚੋਂ ਪਿਛਲਾ ਪਹਿਰ ਹੈ ਇਹਨੂੰ ਬਹੁਤ ਮਹਾਨਤਾ ਦਿੱਤੀ ਗਈ ਹੈ। ਉਸ ਸਮੇਂ ਨਾ ਤਾਂ ਅੱਖਾਂ ਦੇ ਸਾਹਮਣੇ ਰੰਗਾਂ ਰੰਗਾਂ ਦੀ ਦੁਨੀਆ ਹੁੰਦੀ ਹੈ, ਨਾ ਕੰਨਾਂ ਵਿੱਚ ਬਹੁਤਾ ਸ਼ੋਰ ਸ਼ਰਾਬਾ ਪੈਂਦਾ, ਕਿਉਂਕਿ ਜੋ ਕੁਝ ਬਾਰ-ਬਾਰ ਦੇਖਦੇ ਹਾਂ, ਕੰਨਾਂ ਦੁਆਰਾ ਸੁਣਦੇ ਹਾਂ, ਉਹਦਾ ਮਨ ਤੇ ਅਸਰ ਪੈਂਦਾ। ਜੋ ਕੁਝ ਬਾਰ-ਬਾਰ ਦੇਖਿਆ ਜਾਂਦਾ ਹੈ ਤੇ ਕੰਨਾਂ ਦੁਆਰਾ ਜੋ ਸੁਣਿਆ ਜਾਂਦਾ ਹੈ, ਬਾਰ-ਬਾਰ ਉਹ ਮਨ ਦੇ ਉੱਪਰ ਅਸਰ ਪੈਂਦਾ। ਤੇ ਅੰਮ੍ਰਿਤ ਵੇਲੇ ਸੰਸਾਰ ਦੇ ਲੋਕ ਜਿਹੜੇ ਸੰਸਾਰੀ ਜੀਵ ਹੈ, ਬੁੱਧੀ ਤੇ ਤਲ ਤੇ ਜਿਉਣ ਵਾਲੇ, ਉਹ ਜ਼ਿਆਦਾਤਰ ਸੁੱਤੇ ਹੁੰਦੇ ਹੈ। ਰੰਗਾ ਰੰਗਾ ਦੀ ਦੁਨੀਆ ਸੁੱਤੀ ਹੁੰਦੀ ਹੈ, ਫਿਰ ਸ਼ਾਂਤੀ ਹੁੰਦੀ, ਸ਼ੋਰ ਸ਼ਰਾਬਾ ਨਹੀਂ ਹੁੰਦਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ, ਜੋ ਭਗਤ ਜਾਣੇ ਆ ਨਾ, ਉਹਨਾਂ ਨੇ ਅੰਮ੍ਰਿਤ ਵੇਲੇ ਮੱਤਰ ਦੇ ਵਿੱਚ ਨਾਮ ਰੂਪੀ ਬੀਜ ਨੂੰ ਬੀਜਿਆ ਹੈ। ਉਹਨਾਂ ਦੇ ਬੀਜੇ ਹੋਏ ਬੀਜ ਦੀ ਬਦੌਲਤ ਹੀ ਸੰਸਾਰ ਦੇ ਜੀਵ ਚੱਲਦੇ ਫਿਰਦੇ ਹੈ। ਇਹ ਧਰਤੀ ਬਰਕਰਾਰ ਖੜੀ ਹੈ, ਨਹੀਂ ਤਾਂ ਜਿੰਨੇ ਅਤਿਆਚਾਰ ਪਾਪ ਕਰਮ ਧਰਤੀ ਤੇ ਹੁੰਦੇ ਪਏ ਹੈ, ਧਰਤੀ ਦਾ ਬੇੜਾ ਗਰਕ ਹੋ ਜਾਵੇ। ਜਿੰਨੇ ਪਾਪ ਕਰਮ ਜਗਤ ਅੰਦਰ ਹੁੰਦੇ ਪਏ ਹੈ, ਇਹ ਧਰਤੀ ਜਿਹੜੀ ਹੈ ਨਾ ਪਾਣੀ ਸਮੇਟ ਲਵੇ। ਇਹ ਉਹਨਾਂ ਬੰਦਗੀ ਕਰਨ ਵਾਲੇ ਪਤਵੰਤੇ ਬ੍ਰਹਮ ਬੇਤਿਆਂ ਦੀ ਸਾਧ ਸੰਗਤ ਜੀ ਬਦੌਲਤ ਇਹ ਸੰਸਾਰ, ਇਹ ਧਰਤੀ ਜਿਹੜੀ ਖੜੀ ਹੋਈ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇਹ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਨੂੰ ਮਹਾਨਤਾ ਦਿੱਤੀ ਹੈ ਕਿ ਪਿਛਲੇ ਪਹਿਰ ਉੱਠ ਕੇ ਪਰਮਾਤਮਾ ਦਾ ਭਜਨ ਕਰਨਾ। ਇਹ ਭਜਨੀਕ ਭਜਨ ਕਰਨ ਵਾਲੇ ਆ, ਭਜਨਾਨੰਦੀ ਗੁਰਮੁਖਾਂ ਦੇ ਹਿੱਸੇ ਆਇਆ। ਹੋਵੇ ਤਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਫਰਮਾਨ ਹੈ ਨਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਐ, ਕਿ ਹਰ ਵੇੜੇ ਪਰਮੇਸ਼ਰ ਦਾ ਨਾਮ ਹੀ ਧਿਆਵਣਾ ਚਾਹੀਦਾ ਹੈ। ਔਰ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਰਾਤੀ ਰੁੱਤੀ, ਫਿਰ ਰੁੱਤਾਂ ਦੇ ਅਨੁਸਾਰ ਸੰਸਾਰ ਦੇ ਅੰਦਰ ਕੁਝ ਕਰਮ ਕੀਤੇ ਜਾਂਦੇ ਆ, ਕੁਝ ਸਮਾਗਮ ਆਦਿਕ ਵੀ ਮਨਾਏ ਜਾਂਦੇ ਆ, ਤਿਉਹਾਰ ਵੀ ਰੁੱਤਾਂ ਅਨੁਸਾਰ ਹੀ ਮਨਾਏ ਜਾਂਦੇ ਆ। ਜਿਵੇਂ ਸਾਧ ਸੰਗਤ ਜੀ ਦੀਪਮਾਲਾ, ਹੁਣ ਦੀਪਮਾਲਾ ਦੀਵਾਲੀ ਵੀ ਆਉਣ ਵਾਲੀ ਹੈ, ਦੁਸਹਿਰਾ ਹੈ, ਹੋਲਾ ਮਹੱਲਾ, ਹੋਲੀਆਂ ਨੇ, ਇਹ ਰੁੱਤਾਂ ਅਨੁਸਾਰ ਹੀ ਮਨਾਏ ਜਾਂਦੇ ਹੈ। ਔਰ ਇਸੇ ਪ੍ਰਕਾਰ ਫਿਰ ਥਿੱਤੀ ਹੈ, ਥਿੱਤਾਂ, ਕੋਈ ਏਕਮ, ਕੋਈ ਦੂਜ, ਕੋਈ ਤੀਜ, ਕੋਈ ਚੌਥ, ਇਹ ਥਿੱਤਾਂ ਦੇ ਬਾਬਤ ਵੀ ਸਾਧ ਸੰਗਤ ਜੀ ਕਈ ਜਗਤ ਦੇ ਜੀਵ ਵਿਚਾਰਾਂ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜਿੱਥੇ ਥਿੱਤਾਂ ਦੇ ਪ੍ਰਥਾਏ, ਜਿਵੇਂ 12 ਮਾਹ ਗੁਰਬਾਣੀ ਉਚਾਰਨ ਕੀਤੀ ਹਨ, ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ 12 ਮਹੀਨਿਆਂ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਗੁਰੂ ਘਰ ਦੇ ਵੀ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ, ਹਰ ਮਹੀਨੇ ਦੌਰਾਨ ਕ੍ਰਮਵਾਰ ਉਹ ਸ਼ਬਦ ਪੜ੍ਹਿਆ ਜਾਂਦਾ ਹੈ,
ਜਿਸ ਮਹੀਨੇ ਦਾ ਉਹ ਦਿਨ ਹੁੰਦਾ ਹੈ। ਜਿਵੇਂ ਕ੍ਰਮਵਾਰ ਮਹਾਰਾਜ ਸੱਚੇ ਪਾਤਸ਼ਾਹ ਨੇ 12 ਮਹੀਨਿਆਂ ਦੇ ਸ਼ਬਦ ਉਚਾਰਨ ਕੀਤੇ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਥਿੱਤਾਂ ਦੇ ਪ੍ਰਥਾਏ ਵੀ ਉਚਾਰਨ ਕੀਤੇ ਹੈ। ਫਿਰ ਜੋ 7 ਵਾਰ ਹਨ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਇਹ ਦਿਨਾਂ ਦੇ ਬਾਬਤ ਵੀ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਜਗਤ ਦੇ ਲੋਕ ਜਿਹੜੇ ਆ ਉਹ ਕੋਈ ਤਾਂ ਮਹੀਨਿਆਂ ਦੇ ਸਾਧ ਸੰਗਤ ਜੀ ਵਿਚਾਰਾਂ ਕਰਦੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਹੀ ਪਾਵਨ ਇਹ ਬਾਣੀ ਤੇ ਸਰਲ ਬਾਣੀ ਉਚਾਰਨ ਕੀਤੀ 12 ਮਾਹਾ, ਕਿ ਕਿਧਰੇ ਸਾਡੇ ਗੁਰਸਿੱਖ ਅਨਮਤੀਆਂ ਦੀ ਖੋਟੀ ਸਿੱਖਿਆ ਨਾ ਧਾਰਨ ਕਰਦੇ ਫਿਰਨ। ਬਹੁਤਾਤ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ। ਮਹੀਨੇ ਬਾਅਦ ਸਿਆਣਿਆਂ ਦੇ ਕੋਲੋਂ ਸਿੱਖਿਆ ਲੈਣ ਵਾਸਤੇ ਜਾਂਦੇ ਹੈ। ਅੱਜ ਵੀ ਸਾਧ ਸੰਗਤ ਸਾਡੇ ਵਿੱਚੋਂ ਬਹੁਤਾਤ ਵਿੱਚ ਹਨ ਕਿ ਦੇਖਾ ਦਿਖਾਈ ਕਹਿਣਾ ਕਿ ਸਿਆਣਿਆਂ ਕੋਲ ਸਿੱਖਿਆ ਲੈਣ ਜਾਈਏ ਤੇ ਮਹੀਨਾ ਬੜਾ ਸੌਖਾ ਲੰਘੇਗਾ। ਜੋ ਸਾਨੂੰ ਸਿਆਣੇ ਲੋਕ, ਜੋਤਸ਼ੀ ਲੋਕ ਦੱਸਣਗੇ ਉਸੇ ਤਰ੍ਹਾਂ ਹੀ ਕਰਾਂਗੇ ਤੇ ਮਹੀਨਾ ਬੜਾ ਸਾਡਾ ਸੁਖਾਲਾ ਬਤੀਤ ਹੋਵੇਗਾ, ਪਰਿਵਾਰ ਵਿੱਚ ਸੁਖ ਆਵੇਗਾ। ਤੇ ਸਾਧ ਸੰਗਤ ਜੀ ਵਿਚਾਰ ਕੀਤੀ ਜਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਤਿਗੁਰੂ ਜੀ ਨਾਲੋਂ ਕੋਈ ਵੱਡਾ ਦੁਨੀਆ ਵਿੱਚ ਸਿਆਣਾ ਹੈ? ਕੋਈ ਨਹੀਂ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੋਂ ਵੱਧ ਕਰਕੇ ਕੋਈ ਸਿਆਣਾ ਨਹੀਂ ਤੇ ਫਿਰ ਇੱਕ ਸਿੱਖ ਨੂੰ ਸ਼ੋਭਦਾ ਨਹੀਂ ਹੈ ਕਿ ਹੋਰ ਅਨਮਤੀਆਂ ਕੋਲੋਂ ਜਾ ਕੇ ਕਹੇ ਕਿ ਮੈਂ ਸਿੱਖਿਆ ਲਵਾਂ ਤੇ ਜੀਵਨ ਮੇਰਾ ਸੁਖਾਲਾ ਨਿਰਵਾਹ ਹੋਵੇਗਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਥਿੱਤਾਂ ਦੇ ਪ੍ਰਥਾਏ ਵੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੀਵ ਨੂੰ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਹਟਾ ਕੇ ਪਰਮਾਰਥ ਦੇ ਰਸਤੇ ਤੇ ਸਤਿਗੁਰੂ ਜੀ ਨੇ ਚਲਾਇਆ। ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਵਡਿਆਈ ਹੈ। ਜਿਵੇਂ ਸਿੱਧਾਂ ਨੇ ਦੂਖਨ ਰੂਪ ਦੇ ਵਿੱਚ ਚਿੰਨ੍ਹ ਸਤਿਗੁਰਾਂ ਦੇ ਕੋਲ ਭੇਟ ਕੀਤੇ ਸਨ, ਮਹਾਰਾਜ ਇਹ ਮੁੰਦਰਾਂ ਨੇ, ਲੋਟਾ ਹੈ, ਸਵਾਹ ਹੈ, ਮਹਾਰਾਜ ਧਾਰਨ ਕਰ ਲਓ ਤੇ ਸਾਡੇ ਪੰਥ ਵਿੱਚ ਮਿਲ ਜਾਵੋ, ਮਹਾਰਾਜ ਤੁਹਾਨੂੰ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ। ਤੇ ਸਤਿਗੁਰੂ ਜੀ ਨੇ ਬਚਨ ਕੀਤੇ ਸਨ, ਸਿੱਧੋ ਇਹ ਕਿਸੇ ਗ੍ਰੰਥ ਦੇ ਵਿੱਚ ਤਾਂ ਇਹ ਚਿੰਨ੍ਹ ਲਿਖੇ ਨਹੀਂ ਹੈ, ਇਹ ਦੂਖਨ ਰੂਪ ਦੇ ਵਿੱਚ ਚਿੰਨ੍ਹ ਤੁਸੀਂ ਲੈ ਕੇ ਆਏ ਹੋ। ਚਲੋ ਠੀਕ ਹੈ, ਜੇ ਲੈ ਆਏ ਤਾਂ ਇਹਨਾਂ ਨੂੰ ਭੂਖਨ ਰੂਪ, ਗਹਿਣੇ ਰੂਪ ਬਣਾ ਕੇ ਅਸੀਂ ਗੁਰਮਤਿ ਦੀ ਕਸਵੱਟੀ ਲਗਾ ਕੇ ਇਹਨਾਂ ਨੂੰ ਗਹਿਣੇ ਰੂਪ ਬਣਾ ਦਿੰਦੇ ਹਾਂ। ਜਿਹੜੇ ਦੁੱਖ ਰੂਪ ਹੈ ਨਾ, ਇਹਨਾਂ ਨੂੰ ਪਰਮ ਸੁਖ ਰੂਪ ਬਣਾ ਕੇ ਤੁਹਾਨੂੰ ਉਪਦੇਸ਼ ਦਿੰਦੇ ਆ। ਇਵੇਂ ਸਤਿਗੁਰੂ ਜੀ ਨੇ ਗੁਰਮਤਿ ਦੀ ਕਸਵੱਟੀ ਲਾ ਕੇ ਥਿੱਤਾਂ ਦੁਆਰਾ, ਮਹੀਨਿਆਂ ਦੁਆਰਾ, ਫਿਰ ਸਾਧ ਸੰਗਤ ਜੀ ਦਿਨਾਂ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਕੋਈ ਏਕਮ, ਕੋਈ ਦੂਜ, ਤੀਜ, ਕੋਈ ਚੌਥ, ਫਿਰ ਜਿਵੇਂ ਕ੍ਰਿਸ਼ਨ ਅਸ਼ਟਮੀ, ਜਨਮ ਅਸ਼ਟਮੀ ਕੋਈ ਮਨਾਉਂਦੇ ਹੈ, ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕੋਈ ਚਤੁਰਭੁਜੀ ਦੀ, ਕੋਈ ਅਸ਼ਟਭੁਜੀ ਦੀ ਸਾਧ ਸੰਗਤ ਜੀ ਆਰਾਧਨਾ ਕਰਦਾ ਹੈ। ਇਹ ਕੋਈ ਥਿੱਤਾਂ ਦੇ ਬਾਬਤ ਵਿਚਾਰ ਕਰਦੇ ਹੈ। ਇਹ ਸਾਰਾ ਇਹ ਧਰਤੀ ਭਾਰਤ ਖੰਡ ਦੇ ਉੱਪਰ ਹੀ ਅਜਿਹੇ ਕਰਮ ਕੀਤੇ ਜਾਂਦੇ ਹੈ। ਰਾਤੀ ਰੁੱਤੀ ਥਿੱਤੀ ਵਾਰ, ਫਿਰ ਦਿਨਾਂ ਦੇ ਬਾਬਤ ਵੀ ਬਹੁਤ ਵਿਚਾਰ ਕੀਤੀ ਜਾਂਦੀ ਹੈ। ਜਿਹੜੇ ਲੋਕ ਛਿਲੇ ਕੱਢਦੇ ਆ ਨਾ, ਉਹ ਵੀ ਸਾਧ ਸੰਗਤ ਜੀ ਥਿੱਤ ਦੇਖਦੇ ਹੈ ਕਿ ਕਿਹੜੀ ਥਿੱਤ ਚੰਗੀ ਹੈ। ਉਹ ਜੋਤਸ਼ੀਆਂ ਕੋਲ ਜਾ ਕੇ ਫਿਰ ਪੱਤਰੀਆਂ ਵੀ ਖਿਲਾਉਂਦੇ ਹੈ, ਕਿਹੜੀ ਥਿੱਤ ਚੰਗੀ ਹੈ, ਕਿਹੜਾ ਦਿਨ ਚੰਗਾ ਹੈ। ਕੋਈ ਚੰਗਾ ਮਹੂਰਤ ਦੇਖ ਕੇ ਤੇ ਫਿਰ ਉਹ ਛਿਲੇ ਕੱਢਣੇ ਸ਼ੁਰੂ ਕਰਦੇ ਆ ਕਿ ਕੋਈ ਵਿਘਨ ਨਾ ਸਾਡੇ ਛਿਲੇ ਦੇ ਵਿੱਚ ਪਵੇ। ਇਉਂ ਇੱਦਾਂ ਦੇ ਸੰਸਾਰ ਦੇ ਅੰਦਰ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਹੇ ਸਿੱਧੋ ਜਿੱਥੇ ਰਾਤਾਂ ਹਨ, ਫਿਰ ਰੁੱਤਾਂ ਹਨ, ਥਿੱਤਾਂ ਨੇ ਵਾਰ ਹੈ, ਇਹਨਾਂ ਦੇ ਵੀ ਸੰਸਾਰ ਦੇ ਜੀਵ ਤਰ੍ਹਾਂ ਤਰ੍ਹਾਂ ਦੇ ਤਮਾਮ ਪੈਦਾ ਕੀਤੇ ਹੋਏ ਜੀਵ ਕਰਮ ਕਰਦੇ ਹਨ। ਪਵਨ ਪਾਣੀ ਅਗਨੀ ਪਾਤਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕੋਈ ਪਾਉਣ ਆਹਾਰੀ ਬਣ ਜਾਂਦੇ ਹੈ, ਜੋ ਕਹਿੰਦੇ ਹਨ ਕਿ ਅਸੀਂ ਪਾਉਣ ਨੂੰ ਹੀ ਆਪਣਾ ਭੋਜਨ ਬਣਾਇਆ ਹੈ। ਪਾਉਣ ਆਹਾਰੀ ਉਹਨਾਂ ਨੂੰ ਆਖਿਆ ਜਾਂਦਾ, ਆਹਾਰੀ ਨਾਮ ਭੋਜਨ ਦਾ ਹੈ। ਪਾਉਣ ਹਵਾ ਨੂੰ ਜਿਨ੍ਹਾਂ ਨੇ ਭੋਜਨ ਬਣਾ ਲਿਆ। ਸਤਿਗੁਰੂ ਜੀ ਕਹਿੰਦੇ ਪਵਨ ਪਾਣੀ, ਉਹ ਜਿਹੜੇ ਪਾਉਣ ਆਹਾਰੀ ਹੈ ਨਾ, ਉਹ ਐਸੇ ਕਰਮ ਕਾਂਡੀ ਵੀ ਹਨ। ਪਾਉਣ ਹਵਾ ਦੀ ਵੇਗ ਦੇਖ ਕਰਕੇ ਤੇ ਫਿਰ ਛਿਲਾ ਕੱਢਦੇ ਹੈ। ਕੁਝ ਇੱਦਾਂ ਦੇ ਸੰਸਾਰ ਦੇ ਲੋਕ ਹੈ,
ਪੌਣ ਹਵਾ ਦੇ ਵੇਗ ਦੇਖ ਕਰਕੇ ਫਿਰ ਛਿਲਾ ਕੱਢਦੇ, ਹਵਾ ਦਾ ਵੇਗ ਦੇਖ ਕਰਕੇ ਉਲਟੇ ਪਾਸੇ ਬੈਠ ਜਾਂਦੇ ਹੈ। ਔਰ ਕੋਈ ਹਵਾ ਜਿੱਧਰੋਂ ਵੇਗ ਆ ਰਿਹਾ ਉਧਰ ਮੁਖ ਕਰਕੇ ਚੌਂਕੜਾ ਮਾਰ ਕੇ ਬੈਠ ਜਾਂਦੇ ਹੈ। ਇਹ ਕਹਿੰਦੇ ਸੀ ਭੋਜਨ ਨਹੀਂ ਛਕਣਾ, ਹਵਾ ਨੂੰ ਹੀ ਅਸਾਂ ਨੇ ਆਪਣਾ ਭੋਜਨ ਬਣਾਇਆ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪਵਨ ਪਾਣੀ। ਫਿਰ ਕਈਆਂ ਨੇ ਸਾਧ ਸੰਗਤ ਜੀ ਪਾਣੀ ਦੇ ਗਲ ਗਲ ਪਾਣੀ ਵਿੱਚ ਖੜ ਕੇ ਤਪ ਕਰਨਾ ਕੀਤਾ। ਇਸ ਪ੍ਰਕਾਰ ਓਂਗ ਨੂੰ ਖਤਮ ਕਰਨ ਦੇ ਵਾਸਤੇ ਗਲ ਗਲ ਪਾਣੀ ਵਿੱਚ ਖੜ ਜਾਂਦੇ। ਕੋਈ ਗੋਡਿਆਂ ਤੱਕ ਪਾਣੀ ਖੜ ਜਾਂਦਾ ਹੈ, ਕੋਈ ਧੁੰਨੀ ਤੱਕ, ਪੇਟ ਤੱਕ ਪਾਣੀ ਦੇ ਵਿੱਚ ਖੜ ਜਾਂਦੇ ਹੈ। ਇਹ ਤਰ੍ਹਾਂ ਤਰ੍ਹਾਂ ਦੇ ਤਮਾਮ ਪੈਦਾ ਕੀਤੇ ਹੋਏ ਜੀਵ ਹੈ। ਇਸ ਪ੍ਰਕਾਰ ਕਈ ਜਿਹੜੀਆਂ ਮਾਈਆਂ ਬੀਬੀਆਂ ਹੁੰਦੀਆਂ ਨੇ ਸਾਧ ਸੰਗਤ ਜੀ, ਜੇ ਘਰ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਨਾ ਹੋਵੇ ਤੇ ਖੂਹ ਦੇ ਵਿੱਚ ਸਾਧ ਸੰਗਤ ਮੰਜੇ ਦੇ ਨਾਲ ਰੱਸਾ ਬੰਨ੍ਹ ਕੇ ਨਾ ਲਮਕਾ ਕੇ ਤੇ ਖੂਹ ਦੇ ਪਾਣੀ ਹੇਠ ਜਾ ਕੇ ਉੱਥੇ ਜਾ ਕੇ ਭੋਜਨ ਛਕਦੀਆਂ ਨੇ। ਇਦਾਂ ਦੇ ਕਰਮ ਕਾਂਡ ਕੀਤੇ ਜਾਂਦੇ ਹੈ। ਪਾਣੀ ਦੇ ਵਿੱਚ ਜਾ ਕੇ ਆਖਣਾ, ਖੂਹ ਦੇ ਪਾਣੀ ਵਿੱਚ ਜਾ ਕੇ ਹੇਠਾਂ ਉੱਪਰੋਂ ਜਿਵੇਂ ਰਸ ਲੰਮਾ ਲਾਸਾ ਪਾ ਕੇ ਨਾ ਚੌਹਾਂ ਪਾਸਿਆਂ ਤੋਂ ਚੌਹਾਂ ਪਾਵਿਆਂ ਨੂੰ ਤੇ ਖੂਹ ਦੇ ਹੇਠ ਲਮਕਾਵਣਾ। ਹੇਠਾਂ ਪਾਣੀ ਦੇ ਕੋਲ ਜਾ ਕੇ ਉੱਥੇ ਭੋਜਨ ਤਰ੍ਹਾਂ ਤਰ੍ਹਾਂ ਦੇ ਪਕਵਾਨ ਛਕਣੇ, ਆਖਣਾ ਕਿ ਸਾਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ। ਇਦਾਂ ਦੇ ਕਰਮ ਕਾਂਡ ਕੀਤੇ ਜਾਂਦੇ ਹੈ। ਇਸ ਪ੍ਰਕਾਰ ਪਾਣੀ ਵਿੱਚ ਗਲ ਗਲ ਖੜ ਕੇ ਫਿਰ ਪੌਣ ਦੇ ਵੇਗ ਦਾ ਧਿਆਨ ਧਾਰ ਲੈਣਾ। ਪਵਨ ਪਾਣੀ ਅਗਨੀ, ਫਿਰ ਤੀਜਾ ਹੈ ਅੱਗ। ਫਿਰ ਸਾਧ ਸੰਗਤ ਜੀ ਆਹੂਤੀਆਂ ਦੇਣੀਆਂ। ਕੋਈ ਜਗ ਕਰਦੇ ਹੈ, ਜਗ ਸਮੇਂ ਵੀ ਕਈ ਆਹੂਤੀਆਂ ਦਿੰਦੇ ਹੈ। ਇਸੇ ਤਰ੍ਹਾਂ ਅਗਨੀ ਸਾਧ ਸੰਗਤ ਜਿਹੜੇ ਤਪ ਕਰਨ ਵਾਲੇ ਤਪਸਵੀ ਹੈ ਨਾ, ਉਹ ਜੇਠ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਜਦੋਂ ਤਪਸ਼ ਪੈਂਦੀ, ਗਰਮੀ ਪੈ ਰਹੀ ਹੁੰਦੀ ਹੈ, 4 ਧੂਣੀਆਂ ਤਾ ਲੈਂਦੇ ਨੇ ਆਸੇ ਪਾਸੇ, ਸਰੀਰ ਦੇ ਉੱਪਰ ਸਵਾਹ ਮਲ ਕੇ ਵਿੱਚ ਬੈਠ ਜਾਂਦੇ ਤੇ 5ਵੀਂ ਧੂਣੀ ਸੂਰਜ ਦੀ ਮੰਨਦੀ ਹੈ ਕਿ 5 ਧੂਣੀਆਂ ਤਾਵੰਦੇ ਹੈ। ਇਉਂ ਅੱਗ ਦਾ ਸਾਧ ਸੰਗਤ ਜੀ ਉਹ ਅੱਗ ਦੁਆਰਾ ਤਪ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਪਵਨ ਪਾਣੀ ਅਗਨੀ ਪਾਤਾਲ। ਪਾਤਾਲ ਜਿਵੇਂ ਸਾਧ ਸੰਗਤ ਬੌਰ ਧਰਤੀ ਦੇ ਹੇਠਾਂ ਹੈ, ਤਿਵੇਂ ਕਈ ਸੁਰੰਗਾਂ ਪੁੱਟ ਕਰਕੇ ਬੈਠ ਜਾਂਦੇ ਹੈ। ਇਸ ਪ੍ਰਕਾਰ ਖੁੱਡਾਂ ਪੁੱਟ ਕਰਕੇ ਕਈ ਬੈਠ ਜਾਂਦੇ ਹੈ। ਕਈਆਂ ਦੀ ਸਾਧ ਸੰਗਤ ਜੀ ਸਮਾਧ ਵੀ ਅੱਜ ਤੱਕ ਮਿਲਦੀਆਂ ਨੇ, ਅਜੇ ਵੀ ਕਈ ਬਰਕਰਾਰ ਨੇ ਜਿਨ੍ਹਾਂ ਨੇ ਸਮਾਧਾਂ ਵਿੱਚ ਬੈਠ ਕਰਕੇ ਤਪ ਕਰਨਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਇਹ ਭਾਰਤ ਖੰਡ ਦੇ ਵਿੱਚ ਹੀ ਕਰਮ ਕੀਤੇ ਜਾ ਰਹੇ ਹਨ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਸਤਿਗੁਰੂ ਜੀ ਫਰਮਾਉਂਦੇ ਹੈ, ਹੇ ਸਿੱਧੋ ਇਹ ਜਾਣਨਾ ਕਰੋ ਕਿ ਪ੍ਰਮਾਤਮਾ ਨੇ ਤਿਸ ਵਿੱਚ, ਤਿਸ ਆਕਾਸ਼ ਔਰ ਵਿੱਚ ਧਰਤੀ, ਪ੍ਰਮਾਤਮਾ ਨੇ ਕਹਿੰਦੇ ਧਰਤੀ ਨੂੰ ਬਣਾ ਕਰਕੇ ਸਾਲ ਮਰਜ਼ਾਦਾ ਬਣਾ ਕੇ ਸੰਸਾਰ ਦੇ ਅੰਦਰ ਪਰਮੇਸ਼ਰ ਨੇ ਰੱਖੀ ਹੈ। ਪਤਾਲ ਤੇ ਆਕਾਸ਼ ਦੇ ਦਰਮਿਆਨ ਪਰਮੇਸ਼ਰ ਨੇ ਧਰਤੀ ਨੂੰ ਟਿਕਾਇਆ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮ ਦੀ ਸਾਲ ਇਹ ਮਰਜ਼ਾਦਾ ਪਰਮੇਸ਼ਰ ਨੇ ਬਣਾ ਕੇ ਰੱਖੀ ਹੈ। ਸਾਲ ਨਾਮ ਜਗ੍ਹਾ ਦਾ ਵੀ ਹੈ ਕਿ ਧਰਮ ਦੇ ਵਾਸਤੇ ਪਰਮੇਸ਼ਰ ਨੇ ਜਗ੍ਹਾ ਬਣਾਈ ਹੈ ਸੰਸਾਰ ਦੇ ਅੰਦਰ ਕਰਮ ਕਰਨ ਦੇ ਵਾਸਤੇ। ਕੋਈ ਮਨੁੱਖ ਚੰਗੇ ਕਰਮ ਕਰਦਾ ਹੈ ਭਾਰਤ ਖੰਡ ਵਿੱਚ, ਕੋਈ ਮੰਦੇ ਕਰਦਾ, ਕੋਈ ਪਾਪ ਕਰਦਾ, ਪੁੰਨ ਕਰਦਾ। ਜਿਹੋ ਜਿਹੇ ਵੀ ਕੋਈ ਮਨੁੱਖ ਕਰਮ ਕਰਦਾ ਹੈ ਇਹ ਭਾਰਤ ਖੰਡ ਦੇ ਵਿੱਚ ਕਰਦਾ ਪਿਆ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਆਕਾਸ਼ ਤੇ ਪਤਾਲ ਦੇ ਦਰਮਿਆਨ ਇਹ ਧਰਤੀ ਨੂੰ, ਭਾਰਤ ਖੰਡ ਨੂੰ ਪਰਮੇਸ਼ਰ ਨੇ ਟਿਕਾਇਆ ਹੈ। ਤਿਸ ਵਿੱਚ ਜੀ ਜੰਗ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਹੋ ਜਿਹੇ ਸੰਸਾਰ ਦੇ ਜੀਵ ਹੈ। ਮਹਾਰਾਜ ਕਿੰਨੇ ਕੋ ਰੰਗਾਂ ਦੇ ਜੀਵ ਨੇ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਸਿੱਧੋ ਤਿਸ ਵਿੱਚ ਭਾਵ ਆਕਾਸ਼ ਤੇ ਪਤਾਲ ਦੇ ਦਰਮਿਆਨ ਧਰਤੀ ਦੇ ਵਿੱਚ ਭਾਰਤ ਖੰਡ ਵਿੱਚ ਅਨੇਕਾਂ ਹੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਹਨ। ਤਿਸ ਵਿੱਚ ਜੀਵਾਂ ਦਾ ਕੋਈ ਅੰਤ ਨਹੀਂ ਪੈਂਦਾ। ਕਿੰਨੇ ਪੈਦਾ ਕੀਤੇ ਹੋਏ ਜੀਵ ਹੈ, 84 ਲੱਖ ਜੂਨਾਂ ਤਾਂ ਕਥਨ ਕਰ ਦਿੰਦੇ ਹਾਂ, ਇਹ ਗਿਣਤੀ ਤਾਂ ਕਹਿ ਕੇ ਅਸੀਂ ਬੋਲ ਦਿੰਦੇ ਹਾਂ, ਪਰ ਇੱਕ ਇੱਕ ਜੂਨ ਦੇ ਵਿੱਚ ਕਿੰਨੀ ਕਿੰਨੀ ਤਰ੍ਹਾਂ ਦੇ ਅੱਗੇ ਉਹਨਾਂ ਦੀਆਂ ਜਾਤੀਆਂ ਹਨ, ਕਿਹੋ ਜਿਹੇ ਉਹਨਾਂ ਦੇ ਰੰਗ ਹਨ, ਕਿੰਨੇ ਕਿੰਨੇ ਉਹਨਾਂ ਦੇ ਨਾਮ ਹੈ, ਇਹ ਨਹੀਂ ਅੱਜ ਤੱਕ ਕੋਈ ਜਾਣ ਸਕਿਆ। ਸਾਧ ਸੰਗਤ ਜਿਹੜੇ ਵਿਗਿਆਨੀ ਸਾਇੰਟਿਸਟ ਹੈ
ਉਹ ਹਰ ਰੋਜ਼ ਕੋਈ ਨਾ ਕੋਈ ਨਵੀਂ ਕਾਢ ਕੱਢਦੇ ਹੈ। ਕਿਸੇ ਨਾ ਕਿਸੇ ਜੀਵ ਦਾ ਨਵਾਂ ਕੋਈ ਨਾ ਕੋਈ ਨਾਮ, ਕੋਈ ਨਾ ਕੋਈ ਰੰਗ ਬਰੰਗਾ ਜੀਵ ਉਹਨਾਂ ਨੂੰ ਮਿਲ ਜਾਂਦਾ ਹੈ। ਅੱਜ ਹਰ ਕੋਈ ਸਾਧ ਸੰਗਤ ਜੀ ਫੋਨ ਮੋਬਾਈਲ ਚਲਾਉਂਦਾ ਹੈ, ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਆਉਂਦੀ ਹੀ ਰਹਿੰਦੀ ਹੈ, ਕੋਈ ਨਾ ਕੋਈ ਨਵੀਂ ਕਾਢ, ਨਵੀਂ ਕੋਈ ਨਾ ਕੋਈ ਤਕਨੀਕ ਆਉਂਦੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਤਮਾਮ ਪੈਦਾ ਕੀਤੇ ਹੋਏ ਜੀਵ ਹੈ 84 ਲੱਖ ਜੂਨਾਂ ਵਿੱਚ, ਫਿਰ 4 ਖਾਣੀਆਂ ਤੋਂ ਪਰਮੇਸ਼ਰ ਨੇ ਪੈਦਾ ਕੀਤੇ ਨੇ, ਅੰਡਜ ਆਂਡਿਆਂ ਤੋਂ, ਜੇਰ ਤੋਂ, ਪਸੀਨੇ ਤੋਂ, ਫਿਰ ਧਰਤੀ ਦੇ ਵਿੱਚੋਂ। ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਇਹ 4 ਖਾਣੀਆਂ ਵਿੱਚ ਔਰ 84 ਲੱਖ ਜੂਨਾਂ ਵਿੱਚ ਉਹਨਾਂ ਦੇ ਅਨੇਕਾਂ ਹੀ ਨਾਮ, ਅਨੇਕਾਂ ਹੀ ਰੰਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਜੀਵਨ ਜਿਉਣ ਦੇ ਢੰਗ, ਜੁਗਤੀਆਂ ਵੀ ਵੱਖੋ ਵੱਖਰੀਆਂ ਹਨ। ਮਨੁੱਖਾ ਜਾਤੀ ਦੇ ਵਿੱਚ ਹੀ ਸਾਧ ਸੰਗਤ ਦੇਖ ਲਈਏ, ਹਰ ਇੱਕ ਜੀਵ ਇੱਕੋ ਜਿਹਾ ਜੀਵਨ ਨਹੀਂ ਕਦੇ ਨਿਰਵਾਹ ਕਰਦਾ। ਬਹੁਤਾ ਤਾਂ ਕਿ ਪਰਿਵਾਰ ਦੇ ਵਿੱਚ ਹੀ ਸੁਭਾਅ ਨਹੀਂ ਮਿਲਦੇ, ਪਰਿਵਾਰ ਦੇ ਵਿੱਚ ਵੀ ਵੱਖੋ ਵੱਖਰੇ ਸੁਭਾਅ ਹੈ। ਬਹੁਤੀ ਤਾਂ ਸੰਸਾਰ ਦੇ ਜੀਵਾਂ ਦੀ ਕੀ ਗੱਲ ਕਰਨੀ ਹੈ। ਪਰਮਾਤਮਾ ਨੇ ਅਜਿਹੇ ਸੰਸਾਰ ਦੀ ਖੇਡ ਬਣਾਈ ਹੈ, ਹਜੂਰ ਕਹਿੰਦੇ ਹਨ, ਇਸ ਵਿੱਚ ਜੀਅ ਜੁਗਤ ਕੇ ਰੰਗ। ਜੁਗਤ ਫਿਰ ਉਹਨਾਂ ਦੀ ਜੁਗਤੀਆਂ, ਜੀਵਨ ਜਿਉਣ ਦੇ ਢੰਗ ਵੱਖੋ ਵੱਖਰੇ ਹੈ। ਰੰਗ ਫਿਰ ਕਿਸੇ ਦਾ ਰੰਗ ਨਹੀਂ ਮਿਲਦਾ, ਕਿਸੇ ਦਾ ਚਿੱਟਾ, ਕਾਲਾ, ਸੌਲਾ, ਵੱਖੋ ਵੱਖਰੇ ਪਰਮੇਸ਼ਰ ਨੇ ਰੰਗ ਬਣਾਏ ਹੋਏ ਹੈ। ਤੇ ਸਾਧ ਸੰਗਤ ਜੀ ਹੈਰਾਨਗੀ ਵਾਲੀ ਇਹ ਗੱਲ ਹੈ ਕਿ ਪਰਮੇਸ਼ਰ ਨੇ ਜੋ ਹੱਥਾਂ ਦੀਆਂ ਰੇਖਾਵਾਂ ਬਣਾਈਆਂ ਨੇ, ਇਹ ਨਹੀਂ ਕਿਸੇ ਦੇ ਨਾਲ ਮਿਲਦੀਆਂ। ਕਈ ਵਾਰ ਮੁਹਾਂਦਰਾ ਕਿਸੇ ਦੇ ਨਾਲ ਮਿਲਦਾ ਹੋਵੇ ਤੇ ਕਿਹਾ ਜਾਂਦਾ ਜੀ ਇਹ ਫਲਾਣਾ ਬੰਦਾ ਉਹ ਦੂਸਰੇ ਬੰਦੇ ਵਰਗਾ ਲੱਗਦਾ, ਪਰ ਕੋਈ ਦਾਵਾ ਨਹੀਂ ਕਰਦਾ ਕਿ ਐਨ ਉਹੋ ਹੀ ਵੈ। ਇਉਂ ਕੋਈ ਨਾ ਕੋਈ ਸਾਧ ਸੰਗਤ ਅੰਦਾਜ਼ਾ ਜ਼ਰੂਰ ਲਗਾਇਆ ਜਾਂਦਾ ਹੈ ਕਿ ਇਹ ਬੰਦਾ ਮੈਨੂੰ ਦੂਸਰੇ ਬੰਦੇ ਵਰਗਾ ਲੱਗਦਾ, ਪਰ ਕੋਈ ਦਾਵਾ ਨਹੀਂ ਕਰਦਾ। ਹੱਥਾਂ ਦੀਆਂ ਰੇਖਾਵਾਂ ਵੀ ਅਜੇ ਤੱਕ ਕਿਸੇ ਦੀਆਂ ਮਿਲਦੀਆਂ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਜੀਵ ਵੱਖੋ ਵੱਖਰੇ ਹੈ, ਵੱਖੋ ਵੱਖਰੇ ਢੰਗ ਉਹਨਾਂ ਦੇ ਜਿਉਣ ਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਸੰਸਾਰ ਦੇ ਰੰਗ ਵੀ ਵੱਖੋ ਵੱਖਰੇ ਹੈ। ਇਸ ਵਿੱਚ ਜੀਅ ਜੁਗਤ ਕੇ ਰੰਗ। ਕੋਈ ਮਨੁੱਖ ਕਿਸੇ ਜੀਵ ਦਾ ਧਿਆਨ ਧਾਰਦਾ ਹੈ, ਕੋਈ ਕਿਸੇ ਦਾ ਧਿਆਨ ਧਾਰਦਾ ਹੈ, ਕੋਈ ਕਿਸੇ ਦੀ ਆਰਾਧਨਾ ਕਰਦਾ, ਕੋਈ ਕਿਸੇ ਦੀ ਆਰਾਧਨਾ ਕਰਦਾ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਹੇ ਸਿੱਧੋ, ਤਮਾਮ ਪੈਦਾ ਕੀਤੇ ਹੋਏ ਸੰਸਾਰ ਦੇ ਜੀਵ ਹੈ, ਵੱਖੋ ਵੱਖਰੀਆਂ ਉਹਨਾਂ ਦੀਆਂ ਜਾਤੀਆਂ ਨੇ, ਵੱਖੋ ਵੱਖਰੇ ਰੰਗ ਹੈ, ਜੁਗਤੀਆਂ, ਜੀਵਨ ਜਿਉਣ ਦਾ ਢੰਗ ਵੀ ਉਹਨਾਂ ਦਾ ਵੱਖਰਾ ਹੈ। ਫਿਰ ਇਹੀ ਪੰਕਤੀ ਪੜੋ ਜੀ, ਇਸ ਵਿੱਚ ਜੀ ਜੁਗਤ ਕੇ ਰੰਗ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਐਸੇ ਸੰਸਾਰ ਦੇ ਵਿੱਚ ਪੈਦਾ ਕੀਤੇ ਹੋਏ ਜੀਵ ਹੈ। ਕੋਈ ਤਾਂ ਬ੍ਰਹਮਾ ਨੂੰ ਰੱਬ ਮੰਨੀ ਬੈਠਾ ਹੈ, ਕੋਈ ਸ਼ਿਵ ਜੀ ਨੂੰ ਰੱਬ ਮੰਨੀ ਬੈਠਾ, ਕੋਈ ਵਿਸ਼ਨੂੰ ਜੀ ਨੂੰ ਭਗਵਾਨ ਰੱਬ ਮੰਨੀ ਬੈਠਾ ਹੈ। ਜਿਵੇਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਆਉਂਦੇ ਹੈ ਨਾ, ਮਹਾਦੇਵ ਕੋ ਕਹਿਤ ਸਦਾ ਸਿਵ। ਮਹਾਦੇਵ ਸ਼ਿਵ ਜੀ ਨੂੰ ਕੋਈ ਰੱਬ ਮੰਨੀ ਬੈਠਾ, ਪਰ ਨਿਰੰਕਾਰ ਕਾ ਚੀਨਤ ਨਹਿ ਭੇਵ। ਜੋ ਅਕਾਲ ਪੁਰਖ ਪਰਮੇਸ਼ਰ ਹੈ, ਨਿਰਗੁਣ ਸਰੂਪ ਦੇ ਵਿੱਚ ਨਿਰਆਕਾਰ ਜੋ ਪਰਮਾਤਮਾ ਹੈ, ਉਸ ਪਰਮਾਤਮਾ ਦੇ ਭੇਦ ਨੂੰ ਤਾਂ ਜਾਣਿਆ ਹੀ ਨਹੀਂ। ਇਹ ਵੀ ਸੰਸਾਰ ਦੇ ਜੀਵਾਂ ਦੀ ਜਾਤੀ ਹੈ। ਸੰਸਾਰ ਦੇ ਜੀਵਾਂ ਦਾ ਜੁਗਤ ਹੈ, ਆਪੋ ਆਪਣਾ ਰੰਗ ਢੰਗ ਹੈ ਸੰਸਾਰ ਦੇ ਜੀਵਾਂ ਦਾ ਜੀਵਨ ਨਿਰਵਾਹ ਕਰਨੇ ਦਾ। ਇਸ ਲਈ ਕੋਈ ਕਹਿੰਦਾ ਹੈ ਕਿ ਕੋਈ ਦੇਵੀ ਦੀ ਆਰਾਧਨਾ ਕਰਦਾ ਹੈ, ਕੋਈ ਕਿਸੇ ਦੀ ਆਰਾਧਨਾ ਕਰਦਾ ਹੈ। ਜਿਵੇਂ ਸਤਿਗੁਰੂ ਜੀ ਦੇ ਬਚਨ ਆਉਂਦੇ ਆ ਨਾ, ਭੈਰਵ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਫਿਰ ਕੋਈ ਤਾਂ ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਅਵਤਰੈ। ਇਉਂ ਵੱਖੋ ਵੱਖਰੇ ਸੰਸਾਰ ਦੇ ਜੀਵਾਂ ਦੀਆਂ ਜੁਗਤੀਆਂ ਹਨ। ਕੋਈ ਕਿਸੇ ਦੀ ਆਰਾਧਨਾ, ਕੋਈ ਕਿਸੇ ਦੀ ਆਰਾਧਨਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਸਿੱਧੋ ਇਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਇਸ ਵਿੱਚ ਜੀਅ ਜੁਗਤ ਕੇ ਰੰਗ, ਅਨੇਕਾਂ ਹੀ ਜੁਗਤੀਆਂ ਰੰਗ ਹਨ। ਤਿਨ ਕੇ ਨਾਮ ਅਨੇਕ ਅਨੰਤ। ਫਿਰ ਤਿੰਨਾਂ ਜੀਵਾਂ ਦੇ ਅਨੇਕਾਂ ਹੀ ਨਾਮ ਹਨ। ਅਨੰਤ, ਅਨ ਅੰਤ, ਜਿਹਦਾ ਅੰਤ ਨਾ ਪੈਂਦਾ ਹੋਵੇ ਉਹਨੂੰ ਅਨੰਤ ਆਖਿਆ ਜਾਂਦਾ ਹੈ। ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਕਿੰਨੇ ਕਿੰਨੇ ਜੀਵ ਹਨ ਇੱਕ ਜਾਤ ਦੇ ਵਿੱਚ, ਫਿਰ ਕਿੰਨੇ ਕਿੰਨੇ ਉਹਨਾਂ ਦੇ ਰੰਗ ਹਨ।
ਫਿਰ ਕਿੰਨੇ ਕਿੰਨੇ ਉਹਨਾਂ ਜੀਵਾਂ ਦੇ ਨਾਮ ਹਨ, ਇਹਨਾਂ ਦਾ ਅੰਤ ਕਦੇ ਪਾਇਆ ਹੀ ਨਹੀਂ ਜਾ ਸਕਦਾ। ਜਿਵੇਂ ਸਤਿਗੁਰੂ ਜੀ ਦਾ ਬਚਨ ਆਇਆ ਨਾ, ਸੋਦਰ ਵਾਲੀ ਪੌੜੀ ਵਿੱਚ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਪਰਮੇਸ਼ਰ ਨੇ ਰੰਗਾਂ ਰੰਗਾਂ ਦੇ ਜੀਵਾਂ ਨੂੰ ਪੈਦਾ ਕੀਤਾ, ਫਿਰ ਜਿਨਸਾਂ ਵੀ ਵੱਖੋ ਵੱਖਰੀਆਂ ਬਣਾਈਆਂ ਨੇ। ਇਹ ਪਰਮੇਸ਼ਰ ਦੀ ਬੜੀ ਅਚਰਜ ਲੀਲਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਤਿੰਨ ਕੇ ਨਾਮ ਅਨੇਕ ਅਨੰਤ। ਅਨੇਕਾਂ ਹੀ ਪੈਦਾ ਕੀਤੇ ਜੀਵ ਹੈ, ਅਨੇਕਾਂ ਹੀ ਉਹਨਾਂ ਦੇ ਨਾਮ ਅਨੰਤ ਹਨ। ਜੇ ਕੋਈ ਅੰਤ ਪਾਉਣ ਦਾ ਯਤਨ ਵੀ ਕਰੇ ਫਿਰ ਵੀ ਅੰਤ ਨਹੀਂ ਪਾਵੇਗਾ। ਅਨੰਤ ਪਰਮੇਸ਼ਰ ਦੇ ਪੈਦਾ ਕੀਤੇ ਹਨ। ਕਰਮੀ ਕਰਮੀ ਹੋਏ ਵਿਚਾਰ। ਫਿਰ ਸਿੱਧ ਕਹਿਣ ਲੱਗੇ ਮਹਾਰਾਜ, ਜਗਤ ਦੇ ਜੀਵ ਆਪ ਜੀ ਨੇ ਕਥਨ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕਰਮਾਂ ਦੀ ਵਿਚਾਰ ਕਿਵੇਂ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਹਨ, ਮਨੁੱਖ ਜੇ ਚੰਗੇ ਕਰਮ ਕਰਦਾ ਤੇ ਉਹਨਾਂ ਦੀ ਚੰਗਿਆਂ ਦੀ ਚੰਗੀ ਵਿਚਾਰ ਹੁੰਦੀ, ਚੰਗਾ ਫਲ ਮਿਲਦਾ। ਜੇ ਮੰਦੇ ਕਰਮ ਕਰਦਾ, ਮੰਦੇ ਕਰਮ ਕਰਨੇ ਕਰਕੇ ਉਸੇ ਤਰ੍ਹਾਂ ਹੀ ਪਰਮੇਸ਼ਰ ਦੇ ਦਰ ਤੇ ਜਾਣਿਆ ਜਾਂਦਾ, ਉਹਨਾਂ ਨੂੰ ਮੰਦਾ ਫਲ ਮਿਲਦਾ। ਭਾਵ ਉਹਨਾਂ ਨੂੰ ਸੁੱਖ ਦੀ ਥਾਂ ਤੇ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਨੂੰ ਸੁਖ ਸਰੂਪ ਦੀ ਥਾਂ ਤੇ ਨਰਕਾਂ ਵਿੱਚ ਪੈਣਾ ਪੈਂਦਾ। ਜਿਹੜੇ ਸੰਸਾਰ ਦੇ ਐਸੇ ਮੰਦ ਕਰਮ ਕਰਨ ਵਾਲੇ ਮੰਦੇ ਜੀਵ ਹੈ। ਕਰਮੀ ਕਰਮੀ ਹੋਏ ਵਿਚਾਰ। ਇਹ ਮਤਾਂ ਕੋਈ ਸੋਚੇ, ਇਹ ਮਤਾਂ ਕੋਈ ਵਿਚਾਰ ਆਪਣੇ ਹਿਰਦੇ ਅੰਦਰ ਧਾਰਨ ਕਰੇ ਕਿ ਜੋ ਕੁਝ ਮੈਂ ਕਰਮ ਕਰ ਰਿਹਾ ਹਾਂ, ਇਹਨਾਂ ਦਾ ਹਿਸਾਬ ਮੈਨੂੰ ਨਹੀਂ ਮਿਲੇਗਾ ਜਾਂ ਫਿਰ ਅੱਗੇ ਪੈਂਦਾ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਬਚਨ ਕਰਦੇ ਆ ਨਾ, ਜੇ ਇਹ ਕਰਮ ਕਮਾਏ ਤੇਹਾ ਹੋਏ ਸੀ। ਮਤ ਮੈਂ ਜਾਣੈ, ਮਤ ਮੈਂ ਕੋਈ ਜਾਣੈ। ਕਹਿੰਦੇ ਹਨ ਕਿ ਮਤਾ ਕੋਈ ਆਪਣੇ ਮਨ ਵਿੱਚ ਜਾਣੇ ਕਿ ਸੰਸਾਰ ਭਰ ਦੇ ਮੈਂ ਜੇ ਪਾਪ ਕਰਮ ਕਰ ਲਵਾਂਗਾ ਤੇ ਅੱਗੇ ਅੱਗੇ ਉਹਨਾਂ ਦਾ ਲੇਖਾ ਪੈਂਦਾ ਜਾਵੇਗਾ। ਕਰਮ ਬੜੇ ਬਲ ਵਾਲੇ, ਜੀਵ ਤੇਰਾ ਕਦੇ ਖਹਿੜਾ ਨਹੀਂ ਛੱਡਣ ਵਾਲੇ। ਕਰਮ ਗਤੀ ਬਲਵਾਨ, ਬਹੁਤ ਬਲ ਵਾਲੇ ਇਹ ਕਰਮ ਹਨ। ਪਰਛਾਵੇਂ ਦੀ ਤਰ੍ਹਾਂ ਨਾਲ ਦੇ ਨਾਲ ਤੁਰੇ ਜਾਂਦੇ ਜੀਵ ਦਾ, ਜਿਵੇਂ ਪਰਛਾਵਾਂ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ, ਕਰਮੀ ਕਰਮੀ ਹੋਏ ਵਿਚਾਰ। ਚੰਗੇ ਔਰ ਮੰਦੇ ਜੀਵ ਦੇ ਕੀਤੇ ਹੋਏ ਕਰਮਾਂ ਦੀ ਵਿਚਾਰ ਪਰਮੇਸ਼ਰ ਦੇ ਦਰ ਤੇ ਹੁੰਦੀ ਹੈ। ਧਰਮ ਰਾਜਾ ਆਪਣੀ ਕਚਹਿਰੀ ਦੇ ਵਿੱਚ ਜੀਵਾਂ ਦਾ ਹਿਸਾਬ ਕਿਤਾਬ ਕਰਦਾ ਹੈ। ਜਿਵੇਂ ਚਿੱਤਰਗੁਪਤ ਸਭ ਲਿਖਤੇ ਲੇਖਾ, ਖੂਫੀਆ ਪੁਲਿਸ ਦੀ ਤਰ੍ਹਾਂ ਜਿਵੇਂ ਵੀਡੀਓ ਰਿਕਾਰਡਿੰਗ ਕੀਤੀ ਹੁੰਦੀ ਜੀਵ ਦੇ ਚੰਗੇ ਤੇ ਮੰਦੇ ਕਰਮਾਂ ਦੀ। ਜਿਵੇਂ ਮਨੁੱਖ ਨੇ ਕਰਮ ਕੀਤੇ ਆ, ਧਰਮ ਰਾਜੇ ਦੇ ਕੋਲ ਜਾ ਕਰਕੇ ਚਿੱਤਰ ਦੇ ਗੁਪਤ ਦੋ ਸ਼ਕਤੀਆਂ ਨੂੰ ਪੇਸ਼ ਕਰਦੇ ਹੈ। ਫਿਰ ਉਹ ਆਪ ਦੇਖਦਾ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਫਿਰ ਉਦਾਂ ਦਾ ਉਹਨਾਂ ਨੂੰ ਫਲ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿਣ ਲੱਗੇ, ਹੇ ਸਿੱਧੋ, ਕੀਤੇ ਹੋਏ ਜੀਵ ਦੇ ਕਰਮਾਂ ਦੀ ਪਰਮਾਤਮਾ ਦੇ ਦਰ ਤੇ ਵਿਚਾਰ ਹੁੰਦੀ ਹੈ। ਸੱਚਾ ਆਪ ਸੱਚਾ ਦਰਬਾਰ। ਪਰਮਾਤਮਾ ਆਪ ਸੱਚਾ ਸਰੂਪ ਹੈ ਤੇ ਪਰਮੇਸ਼ਰ ਦੀ ਨਿਆਂਕਾਰੀ ਜਿਹੜਾ ਦਰਬਾਰ ਹੈ ਨਾ, ਉਹ ਵੀ ਸੱਚਾ ਹੈ। ਦਰਬਾਰ ਨਾਮ ਸਰੂਪ ਦਾ ਵੀ ਹੈ, ਪਰਮੇਸ਼ਰ ਦਾ ਸੱਚਾ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਦਾ ਲਗਾਇਆ ਹੋਇਆ ਦਰਬਾਰ ਪਰਮੇਸ਼ਰ ਦੀ ਸੱਚੀ ਦਰਗਾਹ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸਾ ਉਹ ਪਰਮੇਸ਼ਰ ਸੱਚਾ ਜੋ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ। ਭੂਤ ਭਵਿੱਖਤ ਵਰਤਮਾਨ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਐਸਾ ਉਹ ਪਰਮੇਸ਼ਰ ਜੋ ਸਦੀਵੀ ਕਾਲ ਵਾਸਤੇ ਸੱਚਾ ਹੈ, ਉਸ ਪਰਮਾਤਮਾ ਦਾ ਦਰਬਾਰ ਵੀ ਸੱਚਾ ਹੈ। ਤਿੱਥੈ ਸੋਹਨ ਪੰਚ ਪਰਵਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਪਰਮਾਤਮਾ ਦੇ ਸੱਚੇ ਦਰਬਾਰ ਵਿੱਚ ਕੌਣ ਸੋਹੰਦੇ ਹਨ? ਪੰਚ ਪਰਵਾਣ, ਪੰਜ ਜਿਹੜੇ ਸ੍ਰੇਸ਼ਟ ਬੰਦਗੀ ਕਰਨ ਵਾਲੇ ਮਹਾਤਮਾ ਬ੍ਰਹਮ ਵੇਤੇ ਹਨ। ਪੰਚ ਨਾਮ ਸ੍ਰੇਸ਼ਟ ਦਾ ਹੈ। ਤਿੱਥੈ ਸੋਹਨ ਪੰਚ ਪਰਵਾਣ, ਤੇ ਪੰਜ ਨਾਮ ਸਾਧ ਸੰਗਤ ਜੀ ਪੰਜ ਗਿਣਤੀ ਦਾ ਵੀ ਹੈ। ਪੰਜ ਜਿਨ੍ਹਾਂ ਨੇ ਵਿਕਾਰਾਂ ਨੂੰ ਤਿਆਗਿਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਪੰਜ ਪਰਵਾਨ ਉਹ ਪਰਮੇਸ਼ਰ ਦੇ ਦਰ ਤੇ ਪਰਵਾਨ ਹਨ। ਫਿਰ ਜਿਨ੍ਹਾਂ ਨੇ ਦਇਆ ਧਰਮ ਧੀਰਤਾ ਸ਼ੁਭ ਵਿਚਾਰ ਪੰਜਾਂ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤਾ, ਉਹ ਪਰਮੇਸ਼ਰ ਦੇ ਦਰ ਤੇ ਪਰਵਾਨ ਹਨ। ਪੰਜ ਚਿੱਤ ਦੀਆਂ ਬਿਰਤੀਆਂ ਵੀ ਹਨ।
ਪ੍ਰਮਾਣ ਵਿਪਰਜੇ ਨਿੰਦਰਾ ਵਿਕਲਪ ਸਿਮਰਤੀ, ਜਿਨ੍ਹਾਂ ਨੇ ਚਿੱਤ ਦੀਆਂ ਪੰਜਾਂ ਬਿਰਤੀਆਂ ਨੂੰ ਇਕਾਗਰ ਕਰ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੱਥੈ ਸੋਹਨ ਪੰਜ ਪਰਵਾਨ, ਉਹ ਵੀ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹਨ। ਪੰਜਾਂ ਵਿਸ਼ਿਆਂ ਨੂੰ ਜਿਨ੍ਹਾਂ ਨੇ ਅਭਾਵ ਕਰ ਲਿਆ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹਨ। ਔਰ ਇਸੇ ਪ੍ਰਕਾਰ ਤਿੱਥੈ ਸੋਹਨ ਪੰਜ ਪਰਵਾਨ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸੇ ਪਰਵਾਨੇ ਜਿਹੜੇ ਆ ਨਾ, ਉਹ ਪ੍ਰਮਾਤਮਾ ਦੇ ਦਰ ਤੇ ਸੋਭਾ ਵਾਲੇ ਹੁੰਦੇ ਆ, ਜਿਨ੍ਹਾਂ ਨੇ ਸਾਧ ਸੰਗਤ ਜੀ ਇਹ ਵਿਸ਼ਿਆਂ ਨੂੰ, ਵਿਕਾਰਾਂ ਨੂੰ, ਚਿੱਤ ਦੀਆਂ ਬਿਰਤੀਆਂ ਨੂੰ ਸਾਧ ਲੈਣਾ ਕੀਤਾ ਹੈ, ਜਿਨ੍ਹਾਂ ਨੇ ਸ੍ਰੇਸ਼ਟ ਬਣ ਜਾਣਾ ਕੀਤਾ ਹੈ, ਉਹ ਵਾਹਿਗੁਰੂ ਦੇ ਦਰ ਤੇ ਸਦਾ ਹੀ ਸੋਭਾ ਵਾਲੇ ਹਨ। ਨਦਰੀ ਕਰਮ ਪਵੈ ਨੀਸਾਨ, ਜੇ ਪਰਮਾਤਮਾ ਦੀ ਕਿਰਪਾ ਦੀ ਨਦਰ ਹੋ ਜਾਵੇ, ਜੀਵ ਦੇ ਉੱਪਰ ਬਖਸ਼ਿਸ਼ ਹੋ ਜਾਂਦੀ ਹੈ। ਨਦਰੀ ਕਰਮ ਪਵੈ ਨਿਸ਼ਾਨ, ਉਹ ਪਰਮਾਤਮਾ ਦੇ ਦਰ ਤੇ ਨਿਸ਼ਾਨ ਪ੍ਰਗਟ ਹੋ ਜਾਂਦਾ ਹੈ। ਪ੍ਰਤੱਖ ਐਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਹ ਪਰਮੇਸ਼ਰ ਦੀ ਬਖਸ਼ਿਸ਼ ਦੁਆਰਾ, ਕਿਰਪਾ ਦੀ ਨਦਰ ਦੁਆਰਾ ਉਹ ਪ੍ਰਵਾਨ ਹੋ ਜਾਂਦਾ ਹੈ। ਨਦਰੀ ਕਰਮ ਪਵੈ ਨਿਸ਼ਾਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਆਪਣੇ ਹਿਰਦੇ ਰੂਪ ਕਾਗਜ਼ ਤੇ ਪਰਮੇਸ਼ਰ ਦੀ ਲਿਖਤ ਨੂੰ ਲਿਖ ਲੈਂਦੇ ਹੈ, ਪਰਮਾਤਮਾ ਦੀ ਯਾਦ ਨੂੰ ਲਿਖ ਲੈਂਦੇ ਹੈ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਦੀ ਨਦਰ ਕਰ ਦਿੰਦਾ ਹੈ। ਕੱਚ ਪਕਾਈ ਉਥੈ ਪਾਏ, ਜਗਤ ਅੰਦਰ ਮਨੁੱਖ ਜਿਹੋ ਜਿਹੇ ਕਰਮ ਕਰਦੇ ਹੈ ਜਿਹੜੇ ਕੱਚੇ ਹਨ, ਜਿਵੇਂ ਸਕਾਮ ਕਰਮ ਕਰਨ ਵਾਲੇ ਉਹਨਾਂ ਨੂੰ ਕੱਚੇ ਆਖਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਪਰਮਾਤਮਾ ਦੇ ਦਰ ਤੇ ਉਹ ਦੇਖੇ ਜਾਂਦੇ ਹੈ। ਕੱਚ ਪਕਾਈ ਉਥੈ ਪਾਏ, ਕੱਚੇ ਹਨ ਚਾਹੇ ਪੱਕੇ ਹੈ, ਪਰਮੇਸ਼ਰ ਦੇ ਦਰ ਤੇ ਉਹ ਪਤਾ ਲੱਗਦਾ ਜਾ ਕੇ। ਜਗਤ ਅੰਦਰ ਭਾਵੇਂ ਕੋਈ ਗੁੰਮਰਾਹ ਕਰਕੇ ਭੇਖ ਧਾਰਨ ਕਰਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਵੇ, ਪਰ ਪਰਮੇਸ਼ਰ ਤੋਂ ਥੋੜਾ ਕੋਈ ਓਹਲਾ ਰੱਖ ਸਕਦਾ। ਪਰਮਾਤਮਾ ਦੇ ਦਰ ਤੇ ਕੋਈ ਮਨੁੱਖ ਕੱਚਾ ਹੈ ਚਾਹੇ ਪੱਕਾ ਹੈ। ਕੱਚੇ ਉਹ ਹਨ ਜਿਹੜੇ ਸਕਾਮ ਕਰਮ ਕਰਦੇ ਹੈ, ਕੱਚ ਪਕਾਈ ਤੇ ਪੱਕੇ ਉਹ ਹਨ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਹੈ, ਜਿਨ੍ਹਾਂ ਨੇ ਕੋਈ ਵੀ ਮਨ ਵਿੱਚ ਕਾਮਨਾ ਨਹੀਂ ਰੱਖੀ ਤੇ ਭਾਵਨਾ ਦੇ ਨਾਲ ਪਰਮੇਸ਼ਰ ਦੀ ਭਾਵ ਭਗਤੀ ਨੂੰ ਕਮਾਇਆ, ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹਨ। ਐਸੇ ਨਿਸ਼ਕਾਮ ਕਰਮ ਕਰਨ ਵਾਲੇ ਪੱਕੇ ਹੈ। ਕੱਚ ਪਕਾਈ ਉਥੈ ਪਾਏ, ਹਜੂਰ ਕਹਿੰਦੇ ਪਰਮੇਸ਼ਰ ਦੇ ਦਰ ਤੇ ਹੀ ਪ੍ਰਵਾਨ ਹੁੰਦੇ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਹੈ। ਸੇਵਾ ਕਰਤ ਹੋਏ ਨਿਹਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਥੈ ਪਾਏ, ਉੱਥੇ ਉੱਥੇ ਉਹਨਾਂ ਜੀਵਾਂ ਨੂੰ ਪਾਇਆ ਜਾਂਦਾ ਜਿਹੜੇ ਕੱਚੇ ਹਨ, ਸੰਸਾਰ ਦੇ ਅੰਦਰ ਕੱਚੇ ਕਰਮ ਕੀਤੇ, ਜਿਨ੍ਹਾਂ ਨੇ ਕਦੇ ਵੀ ਜੀਵਨ ਦੇ ਵਿੱਚ ਨਾ ਸਤ ਸੰਗਤ ਕੀਤੀ, ਨਾ ਸੇਵਾ, ਨਾ ਸਿਮਰਨ ਕੀਤਾ, ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜੇ, ਉਹ ਕੱਚੇ ਹੈ। ਔਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਜੀਵਨ ਨਿਰਵਾਹ ਕੀਤਾ, ਘਾਲਣਾ ਘਾਲ ਕੇ ਆਰਸ ਨੂੰ ਤਿਆਗ ਕੇ ਅੰਮ੍ਰਿਤ ਵੇੜੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਨੇਮ ਦੇ ਨਾਲ ਨਿਤ ਨੇਮ ਕੀਤਾ, ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਜਾਪ ਕੀਤਾ, ਸੇਵਾ ਸਿਮਰਨ ਕੀਤੀ, ਐਸੇ ਪੱਕੇ ਜੀਵਨ ਵਾਲੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੁੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਹੈ, ਸਿੱਧੋ ਕੱਚ ਪਕਾਈ ਉਥੈ ਪਾਏ। ਜਿਹੜੇ ਸੰਸਾਰ ਦੇ ਕੱਚੇ ਜਾਂ ਪੱਕੇ ਜੀਵ ਹੈ ਨਾ, ਉਹ ਪਰਮਾਤਮਾ ਦੇ ਦਰ ਤੇ ਹੀ ਜਾਣੇ ਜਾਂਦੇ ਹਨ। ਨਾਨਕ ਗਿਆ ਜਾਪੈ ਜਾਏ, ਫਿਰ ਬੇਨਤੀ ਕਰਦੇ ਮਹਾਰਾਜ ਕਿਵੇਂ ਜਾਣੇ ਜਾਂਦੇ ਹੈ? ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਅੰਤਰਜਾਮੀ ਹੈ। ਜਦੋਂ ਇਹ ਜੀਵ ਪਰਮੇਸ਼ਰ ਦੇ ਦਰ ਤੇ ਜਾਂਦੇ ਹੈ, ਉਦੋਂ ਉਸੇ ਸਮੇਂ ਹੀ ਜਾਣੇ ਜਾਂਦੇ ਕਿ ਇਸ ਨੇ ਕਿਹੜੇ ਚੰਗੇ ਕਰਮ ਕੀਤੇ, ਕਿਹੜੇ ਮੰਦੇ ਕਰਮ ਕੀਤੇ ਹੈ। ਕਿਉਂਕਿ ਪਰਮਾਤਮਾ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰ ਜਾਮੀ ਜਾਣੈ। ਐਸਾ ਉਹ ਪਰਮੇਸ਼ਰ ਹੈ। ਪਰਮੇਸ਼ਰ ਦੇ ਦਰ ਤੇ ਹਰ ਇੱਕ ਤਰ੍ਹਾਂ ਦੇ ਜੀਵ ਜਾਣੇ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇੱਥੋਂ ਤੱਕ ਉਪਦੇਸ਼ ਬਖਸ਼ਿਸ਼ ਕੀਤਾ ਤੇ ਕਹਿਣ ਲੱਗੇ, ਮਹਾਰਾਜ ਧਰਮਖੰਡੀਆਂ ਤੇ ਸਤ ਸੰਗੀਆਂ ਦੀ ਮਹਾਰਾਜ ਅਵਸਥਾ ਦੇ ਬਾਬਤ ਵੀ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਸੋ ਸਤਿਗੁਰੂ ਜੀ ਫੇਰ ਬਖਸ਼ਿਸ਼ ਕਰਦੇ ਆ। ਆਰੰਭ ਤੋਂ ਹੀ ਪੌੜੀ ਪੜ੍ਹ ਦੇਵੋ ਜੀ। ਰਾਤੀ ਰੁੱਤੀ ਥਿਤੀ ਵਾਰ, ਕੇਵਲ 5-7 ਮਿੰਟ ਦੇ ਵਿੱਚ ਹੀ ਸਾਧ ਸੰਗਤ ਜੀ ਸਮਾਪਤੀ ਹੋ ਜਾਣੀ ਹੈ। ਗਰੀਬ ਨਵਾਜ
ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਰਾਤੀ ਰੁੱਤੀ ਥਿੱਤੀ ਵਾਰ। ਹੈ ਸਿੱਧੋ, ਸੰਸਾਰ ਦੇ ਅੰਦਰ ਜਿਹੜਾ ਧਰਮਖੰਡ ਹੈ ਨਾ, ਧਰਮਖੰਡੀ ਜੀਵ ਹੈ, ਜਿਨ੍ਹਾਂ ਨੇ ਪਰਮਾਤਮਾ ਦੀ ਬਣਾਈ ਹੋਈ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ। ਕਹਿੰਦੇ ਹਨ ਕਿ ਕਈਆਂ ਦੇ ਸਰੀਰ ਰਾਤਾਂ ਨੂੰ ਬਣੇ ਹੈ, ਕਈਆਂ ਦੇ ਰੁੱਤਾਂ ਦੇ ਵਿੱਚ, ਕਈਆਂ ਦੇ ਥਿੱਤਾਂ ਦੇ ਵਿੱਚ, ਫਿਰ ਕਈਆਂ ਦੇ ਵਾਰ ਦਿਨਾਂ ਦੇ ਵੀ ਸਰੀਰਾਂ ਦੇ ਆਕਾਰ ਬਣੇ ਹਨ। ਪਵਨ ਪਾਣੀ ਅਗਨੀ ਪਾਤਾਲ। ਇਹ ਪਰਮਾਤਮਾ ਨੇ ਇਹ ਪਵਨ ਪਾਣੀ ਅਗਨੀ, ਫਿਰ ਆਕਾਸ਼ ਤੇ ਇਹ ਧਰਤੀ ਹੈ, ਇਹ ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ। ਹਰ ਇੱਕ ਜੀਵ ਨੂੰ ਪਰਮਾਤਮਾ ਨੇ ਪੰਜਾਂ ਤੱਤਾਂ ਤੋਂ ਪਰਮੇਸ਼ਰ ਨੇ ਬਣਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਵਨ ਪਾਣੀ ਅਗਨੀ ਪਾਤਾਲ। ਇਹੋ ਹੈ ਸਿੱਧੋ ਜਾਣਨਾ ਕਰੋ, ਜੋ ਪੰਜਾਂ ਤੱਤਾਂ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ, ਇਹ ਸਰੀਰਾਂ ਦੇ ਆਕਾਰ ਬਣਾਏ ਹਨ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਹਿੰਦੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਸਰੀਰ ਰੂਪੀ ਧਰਤੀ ਪਰਮਾਤਮਾ ਨੇ ਧਰਮਸ਼ਾਲਾ, ਇਹ ਧਰਮ ਦੀ ਜਗ੍ਹਾ ਬਣਾਈ ਹੈ। ਸਰੀਰ ਵੀ ਇੱਕ ਧਰਤੀ ਹੈ। ਜਿਵੇਂ ਸਾਧ ਸੰਗਤ ਧਰਤੀ ਵਿੱਚ ਮਨੁੱਖ ਬੀਜ ਬੀਜਦਾ ਹੈ ਨਾ, ਜਿਹੋ ਜਿਹਾ ਬੀਜ ਬੀਜਦਾ ਹੈ ਉਹੋ ਜਿਹਾ ਉਹਨੂੰ ਫਲ ਮਿਲਦਾ ਹੈ। ਮਨੁੱਖ ਦੀ ਸਰੀਰ ਇਹ ਜਿਹੜਾ ਹੈ ਨਾ ਵੀ ਪਰਮਾਤਮਾ ਨੇ ਧਰਤੀ ਬਣਾਈ ਹੈ। ਜਿਹੋ ਜਿਹਾ ਕਰਮਾਂ ਰੂਪੀ ਬੀਜ ਬੀਜੇਗਾ ਉਹ ਜਿਹਾ ਫਲ ਇਸ ਨੂੰ ਪ੍ਰਾਪਤ ਹੋਵੇਗਾ। ਜਿਵੇਂ ਸਤਿਗੁਰੂ ਜੀ ਦੇ ਬਚਨ ਆਉਂਦੇ ਆ ਨਾ, ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਮਨੁੱਖ ਜਿਹੋ ਜਿਹਾ ਕਰਮ ਰੂਪੀ ਬੀਜ ਬੀਜਦਾ ਉਹੋ ਜਿਹਾ ਫਲ ਮਿਲਦਾ। ਇਹ ਨਹੀਂ ਹੈ ਕਿ ਮਨੁੱਖ ਜਿਵੇਂ ਕਿਸਾਨ ਧਰਤੀ ਵਿੱਚ ਸਾਧ ਸੰਗਤ ਜੀ ਕਿੱਕਰਾਂ ਦੇ ਬੀਜ ਬੀਜੇ ਫਿਰ ਕਹਿ ਕੇ ਬਜੌਰ ਦੇਸ਼ ਦੀਆਂ ਦਾਖਾਂ ਮਿਲ ਜਾਣ, ਇਹ ਨਾਮੁਮਕਿਨ ਹੈ। ਭਗਤ ਰਸਨਾ ਦੁਆਰਾ ਵਚਨ ਆਉਂਦੇ ਆ ਨਾ, ਫਰੀਦਾ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ, ਹੰਡਾ ਉੱਨ ਵਤਾਇੰਦਾ ਪੈਂਦਾ ਲੋੜੈ ਪੱਟ। ਜੇ ਕਹੇ ਕਿ ਉੱਨ ਦੀ ਤਾਣੀ ਬੁਣ ਕੇ ਰੇਸ਼ਮ ਦੀ ਪ੍ਰਾਪਤੀ ਹੋ ਜਾਵੇ, ਇਹ ਨਹੀਂ ਕਦੇ ਹੋ ਸਕਦਾ। ਜਿਹੋ ਜਿਹਾ ਕਰਮ ਕੀਤਾ ਉਹੋ ਜਿਹਾ ਫਲ ਜੀਵ ਨੂੰ ਪ੍ਰਾਪਤ ਹੋਣ ਵਾਲਾ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮ ਦੀ ਸਾਲ ਜਗ੍ਹਾ ਪਰਮੇਸ਼ਰ ਨੇ ਬਣਾਈ ਹੈ। ਹੇ ਜੀਵ ਤੂੰ ਧਰਮ ਦੇ ਮਾਰਗ ਤੇ ਚੱਲ। ਹੇ ਜੀਵ ਤੂੰ ਜੋ ਤੇਰੇ ਵੱਡਿਆਂ ਨੇ, ਪੈਰੋਕਾਰਾਂ ਨੇ, ਧਰਮ ਦੇ ਪੈਰੋਕਾਰਾਂ ਨੇ ਸੰਸਾਰ ਦੇ ਅੰਦਰ ਸ਼ੁਭ ਕਰਮ ਕਮਾਏ ਹੈ, ਜਿਵੇਂ ਉਹਨਾਂ ਨੇ ਪਰਮਾਰਥ ਦੇ ਰਸਤੇ ਤੇ ਚੱਲ ਕੇ ਜੀਵਨ ਕਿਰਤਾਰਥ ਕੀਤਾ, ਤਿਵੇਂ ਇਹ ਧਰਮ ਦੇ ਮਾਰਗ ਤੇ ਚੱਲ ਕੇ ਧਰਮੀ ਬਣ ਕੇ ਪਰਮੇਸ਼ਰ ਦੇ ਸਰੂਪ ਦੀ ਅਪੇਰਤਾ ਪਾ। ਇਹ ਪਰਮਾਤਮਾ ਨੇ ਧਰਮ ਦੀ ਮਰਜ਼ਾਦਾ, ਧਰਮ ਦੀ ਜਗ੍ਹਾ ਪਰਮੇਸ਼ਰ ਨੇ ਸਰੀਰ ਬਣਾਇਆ ਹੈ। ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ ਹੈ, ਸਿੱਧੋ ਐਸੀ ਪਰਮਾਤਮਾ ਨੇ ਧਰਮ ਦੀ ਜਗ੍ਹਾ ਬਣਾਈ ਹੈ। ਐਸਾ ਪਰਮਾਤਮਾ ਨੇ ਇਹ ਸਰੀਰ ਬਣਾਇਆ ਹੈ। ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਜੀਵ ਨੂੰ ਫਲ ਮਿਲਦਾ ਹੈ। ਇਸ ਵਿੱਚ ਜੀ ਜੁਗਤ ਕੇ ਰੰਗ। ਮਹਾਰਾਜ ਜੀ ਫਰਮਾਉਂਦੇ ਹੈ ਕਿ ਪਰਮੇਸ਼ਰ ਦੇ ਐਸੇ ਅਚਰਜ ਕੌਤਕ ਹਨ। ਸੰਸਾਰ ਦੇ ਅੰਦਰ ਪੈਦਾ ਕੀਤੀ ਹੋ ਜੋ ਜੀਵ ਹੈ, ਪਰਮਾਤਮਾ ਨੇ ਐਸੀ ਉਹਨਾਂ ਨੂੰ ਯੁਗਤੀ ਦਿੱਤੀ ਹੈ। ਰੰਗ ਨਾਮ ਹੈ ਪ੍ਰੇਮ ਦਾ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਪ੍ਰੇਮ ਦਾ ਰੰਗ ਲਾ ਦਿੱਤਾ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੇ ਕੀਤੀ ਹੈ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਿਤਾ ਜੀ ਦੇ ਬਚਨ ਹਨ, ਸਾਜ ਕਹਾਉ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਹਿਰਦੇ ਅੰਦਰ ਪ੍ਰੇਮ ਧਾਰਨ ਕੀਤਾ, ਪ੍ਰੇਮ ਦੀ ਐਸੀ ਸ਼ਕਤੀ ਹੈ, ਇਸ ਦੁਆਰਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਐਸੀ ਅਮੋਲਕ ਦਾਤ ਹੈ। ਸਤਿਗੁਰੂ ਜੀ ਫਰਮਾਉਂਦੇ ਹੈ, ਤਿਸ ਵਿੱਚ ਜੀ ਜੁਗਤ ਕੇ ਰੰਗ। ਕਹਿੰਦੇ ਪਰਮਾਤਮਾ ਨੇ ਯੁਗ ਦੀ ਐਸਾ ਇਹ ਢੰਗ ਬਖਸ਼ਿਆ ਹੈ, ਜਿਨ੍ਹਾਂ ਦੇ ਇਹ ਸਰੀਰ ਹਿਰਦੇ ਦੇ ਅੰਦਰ ਪਰਮਾਤਮਾ ਨੇ ਪ੍ਰੇਮ ਦੀ ਦਾਤ ਪਾ ਦਿੱਤੀ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਰੂਪ ਹੋ ਗਏ ਹਨ। ਤਿਨ ਕੇ ਨਾਮ ਅਨੇਕ ਅਨੰਤ। ਇਹਨਾਂ ਗੁਰਮੁਖਾਂ ਦੇ ਅਨੇਕਾਂ ਹੀ ਨਾਮ ਹਨ। ਉਹਨਾਂ ਨੂੰ ਗੁਰਮੁਖ ਵੀ ਆਖਿਆ ਜਾਂਦਾ, ਉਹਨਾਂ ਨੂੰ ਗੁਰਸਿੱਖ ਵੀ ਆਖਿਆ ਜਾਂਦਾ, ਉਹਨਾਂ ਨੂੰ ਭਗਤ ਵੀ ਆਖਿਆ ਜਾਂਦਾ, ਸੰਤ ਵੀ, ਮਹਾਂਪੁਰਖ, ਬ੍ਰਹਮ ਗਿਆਨੀ, ਬ੍ਰਹਮ ਬੇਤੇ। ਤਿੰਨਾਂ ਦੇ ਅਨੇਕਾਂ ਹੀ ਨਾਮ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਨੇ ਪ੍ਰੇਮ ਦਾ ਰੰਗ ਲਾ ਦਿੱਤਾ ਹੈ।
ਪਰਮੇਸ਼ਰ ਨੇ ਆਨੰਦ ਦੀ ਦਾਤ ਹਿਰਦੇ ਅੰਦਰ ਬਖਸ਼ਿਸ਼ ਕਰ ਦਿੱਤੀ ਹੈ। ਤਿਨ ਕੇ ਨਾਮ ਅਨੇਕ ਅਨੰਤ, ਤੇ ਜਿਹੜਾ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ, ਅਨੰਤ ਉਹ ਕਹਿਣੇ ਕਥਨੇ ਤੋਂ ਬਾਹਰ ਹੈ। ਉਹਨੂੰ ਰਸਨਾ ਦੇ ਨਾਲ ਜਾਂ ਫਿਰ ਕਲਮ ਲੈ ਕੇ ਕਦੇ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਕਿੰਨਾ ਜ਼ਿਆਦਾ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਇਆ, ਜਿਨ੍ਹਾਂ ਨੇ ਜੀਵਨ ਦੇ ਵਿੱਚ ਭਜਨ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਜਿਨ੍ਹਾਂ ਨੇ ਹਿਰਦਿਓਂ ਪ੍ਰੇਮ ਲਾਵਣਾ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਨ ਕੇ ਨਾਮ ਅਨੇਕ ਅਨੰਤ, ਜਿਨ੍ਹਾਂ ਨੂੰ ਅਨੰਤ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਕਰਮੀ ਕਰਮੀ ਹੋਏ ਵਿਚਾਰ। ਕਰਮੀ ਨਾਮ ਬਖਸ਼ਿਸ਼ ਦਾ ਹੈ। ਜੋ ਕਰਮੀ ਨਾਮ ਕਰਮਾਂ ਦਾ ਵੀ ਹੈ, ਜਿਨ੍ਹਾਂ ਦੇ ਪੂਰਬਲੇ ਕਰਮਾਂ ਅਨੁਸਾਰ ਚੰਗਾ, ਜਿਨ੍ਹਾਂ ਨੇ ਕਰਮਾਂ ਰੂਪੀ ਬੀਜ ਬੀਜਿਆ ਸੀਗਾ, ਜਿਨ੍ਹਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ, ਇਸ ਜਨਮ ਦੇ ਵਿੱਚ ਉਹਨਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਨੇ ਬਖਸ਼ਿਸ਼ ਕੀਤੀ, ਉਹਨਾਂ ਤੇ ਕਰਮੀ ਭਾਵ ਬਖਸ਼ਿਸ਼ ਕਰ ਦਿੱਤੀ ਹੈ। ਵਾਹਿਗੁਰੂ ਨੇ ਐਸੀ ਦਇਆ ਦ੍ਰਿਸ਼ਟੀ ਦੇ ਨਾਲ ਉਹਨਾਂ ਵੱਲ ਤੱਕਿਆ, ਉਹਨਾਂ ਦੇ ਹਿਰਦੇ ਅੰਦਰ ਪ੍ਰੇਮ ਪਰਮਾਤਮਾ ਨੇ ਬਖਸ਼ਿਆ, ਉਹਨਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਉਹ ਪਰਮਾਰਥ ਦੇ ਰਸਤੇ ਤੇ ਚੱਲੇ ਹੈ। ਕਰਮੀ ਕਰਮੀ ਹੋਏ ਵਿਚਾਰ, ਉਹਨਾਂ ਗੁਰਮੁਖਾਂ ਨੇ ਵਿਚਾਰਵਾਨ ਬਣ ਜਾਣਾ ਕੀਤਾ, ਜਿਨ੍ਹਾਂ ਤੇ ਕਰਮੀ ਪਰਮਾਤਮਾ ਦੀ ਬਖਸ਼ਿਸ਼ ਹੋ ਗਈ ਹੈ। ਸੱਚਾ ਆਪ ਸੱਚਾ ਦਰਬਾਰ। ਉਹ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਪਰਮੇਸ਼ਰ ਸਦੀਵ ਕਾਲ ਵਾਸਤੇ ਸੱਚਾ ਹੈ, ਪਰਮੇਸ਼ਰ ਦਾ ਦਰਬਾਰ ਵੀ ਸਦੀਵ ਕਾਲ ਵਾਸਤੇ ਸੱਚਾ ਹੈ। ਨਹੀਂ ਤਾਂ ਸੰਸਾਰ ਦੇ ਜਿਹੜੇ ਅਗਿਆਤ ਜੀਵ ਹੈ, ਉਹ ਇਹ ਵੀ ਹਨ, ਇੱਦਾਂ ਦੇ ਜੀਵ ਵੀ ਹੈਗੇ ਆ, ਉਹ ਲੋਕ ਵੀ ਹਨ ਜਿਹੜੇ ਕਹਿੰਦੇ ਰੱਬ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਜਿਨ੍ਹਾਂ ਦੇ ਮਨ ਵਿੱਚ ਰੱਤਾ ਜਿੰਨਾ ਵੀ ਪਰਮੇਸ਼ਰ ਦਾ ਭੈ ਨਹੀਂ ਹੈ, ਉਹ ਇਉਂ ਵੀ ਆਖਦੇ ਕਿ ਪਰਮੇਸ਼ਰ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਹੈ। ਐਵੇਂ ਦੁਨੀਆ ਦੀਆਂ ਗੱਲਾਂ ਨੇ, ਲੋਕ ਐਵੇਂ ਗੱਲਾਂ ਕਰਦੇ, ਇੱਦਾਂ ਉਹ ਨਾਸਤਕ ਇੱਦਾਂ ਦੀ ਗੱਲਾਂ ਵੀ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਜਿਨ੍ਹਾਂ ਤੇ ਪਰਮਾਤਮਾ ਨੇ ਕਰਮੀ ਬਖਸ਼ਿਸ਼ ਕੀਤੀ ਹੈ ਨਾ, ਉਹਨਾਂ ਨੇ ਨਿਸ਼ਕਾਮ ਕਰਮ ਕਰ ਕਰਕੇ ਅਨੰਤ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ। ਫਿਰ ਅੱਗੇ ਬਖਸ਼ਿਸ਼ ਕਰਦੇ ਹਨ, ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ, ਉਹਨਾਂ ਨਿਸ਼ਚੈ ਕਰਕੇ ਜਾਣਿਆ ਕਿ ਪਰਮੇਸ਼ਰ ਆਪ ਸੱਚਾ ਹੈ। ਆਪ ਜੀ ਦਾ ਸਰੂਪ ਮਹਾਰਾਜ ਦਰਬਾਰ ਨਿਆਂਕਾਰੀ ਦਰਗਾਹ ਵੀ ਸਦੀਵੀ ਕਾਲ ਵਾਸਤੇ ਸੱਚੀ ਹੈ। ਜਿੱਥੈ ਸੋਹਨ ਪੰਚ ਪਰਵਾਨ। ਜਿੱਥੇ ਉਹ ਪਰਮਾਤਮਾ ਦੇ ਸੱਚੇ ਦਰਬਾਰ ਦੇ ਵਿੱਚ ਪੰਜ ਨਾਮ ਹੈ ਸ੍ਰੇਸ਼ਟ ਦਾ। ਸ੍ਰੇਸ਼ਟ ਕੌਣ ਹੈ? ਸਤ, ਚੇਤ ਤੇ ਆਨੰਦ ਸਰੂਪ। ਜੋ ਚੇਤਨ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ, ਉਹ ਪਰਮਾਤਮਾ ਉੱਥੇ ਸ਼ੋਭਦਾ ਪਿਆ ਹੈ। ਤਿੱਥੈ ਸੋਹਨ ਪੰਚ ਪਰਵਾਨ। ਪੰਥ ਜਿਹੜੇ ਪ੍ਰਮਾਣਿਕ ਹੋ ਗਏ ਹੈ, ਜੋ ਮੰਨਣ ਯੋਗ ਹੋ ਗਏ ਹੈ, ਉਹ ਪ੍ਰਮਾਤਮਾ ਦੇ ਦਰ ਤੇ ਸਦਾ ਹੀ ਸ਼ੋਭਦੇ ਹਨ। ਨਦਰੀ ਕਰਮ ਪਵੈ ਨੀਸਾਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ, ਨਦਰੀ ਕਰਮ ਪਵੈ ਨਿਸ਼ਾਨ, ਉਹਨਾਂ ਤੇ ਐਸੀ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੇ ਹਿਰਦੇ ਅੰਦਰ ਨਿਸ਼ਾਨ ਪਰਮਾਤਮਾ ਪ੍ਰਤੱਖ ਸਾਖਸ਼ਾਤ ਹੋ ਜਾਂਦਾ ਹੈ। ਨਿਸ਼ਾਨ ਨਾਮ ਪ੍ਰਗਟ ਦਾ ਵੀ ਹੈ। ਪਰਮੇਸ਼ਰ ਪ੍ਰਤੱਖ ਪ੍ਰਗਟ ਹੋ ਕਰਕੇ ਉਹਨਾਂ ਨੂੰ ਦੀਦਾਰ ਬਖਸ਼ਦਾ ਹੈ। ਵਾਹਿਗੁਰੂ ਜਿਨ੍ਹਾਂ ਤੇ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ। ਕੱਚ ਪਕਾਈ ਉਥੈ ਪਾਏ। ਉਥੇ ਸਤ ਸੰਗਤ ਰੂਪੀ ਘਰ ਦੇ ਵਿੱਚ ਉਹ ਪੱਕੇ ਹੋ ਜਾਂਦੇ ਜਿਹੜੇ ਕੱਚੇ ਹੁੰਦੇ ਹੈ। ਇਹ ਧਰਮਖੰਡ ਦੇ ਵਿੱਚ ਸਤਿਗੁਰੂ ਜੀ ਕਥਨ ਕਰ ਰਹੇ ਹੈ। ਕੱਚ ਪਕਾਈ ਉਥੇ ਪਾਏ। ਜਿਹੜੇ ਕੱਚੇ ਸ਼ਕਾਮੀ ਸ਼ਕਾਮ ਕਰਮ ਕਰਨ ਵਾਲੇ ਹੈ ਨਾ, ਕਾਮਨਾ ਦੇ ਸਹਿਤ, ਉਹ ਨਿਸ਼ਕਾਮੀ ਹੋ ਜਾਂਦੇ ਜਦੋਂ ਸਤ ਸੰਗਤ ਨੇਮ ਤੇ ਪ੍ਰੇਮ ਦੇ ਨਾਲ ਕਰਦੇ ਹੈ। ਪਹਿਲੀਆਂ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ। ਫਿਰ ਅਕਾਲ ਪੁਰਖ ਪਰਮੇਸ਼ਰ ਦੀ ਮਨ ਦੇ ਵਿੱਚ ਭਾਵਨਾ ਬਣਾ ਕੇ ਕਿ ਵਾਹਿਗੁਰੂ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਕਰਨ ਦੀ ਸਾਡੇ ਮਨ ਵਿੱਚ ਕਾਮਨਾ ਹੈ, ਕੇਵਲ ਮਹਾਰਾਜ ਆਪ ਜੀ ਦੇ ਸਰੂਪ ਦੀ। ਹੋਰ ਕੋਈ ਦੁਨੀਆ ਦੇ ਮਾਇਕੀ ਪਦਾਰਥਾਂ ਦੀ, ਧਨ ਦੌਲਤ ਦੀ ਕੋਈ ਕਾਮਨਾ, ਕੋਈ ਇੱਛਾ ਨਹੀਂ ਹੈ। ਕੇਵਲ ਪਰਮਾਤਮਾ ਆਪ ਜੀ ਦੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ। ਉੱਥੇ ਪਾਏ ਜਿਹੜੇ ਕੱਚੇ ਸ਼ਕਾਮੀ ਜੀਵ ਹੈ, ਉਹ ਸਤ ਸੰਗਤ ਵਿੱਚ ਆ ਕੇ ਨਿਸ਼ਕਾਮੀ ਬਣ ਜਾਂਦੇ ਹੈ। ਕੱਚ ਪਕਾਈ ਕੱਚੇ ਜਿਹੜੇ ਬੁਰੇ ਕਰਮ ਕਰਨ ਵਾਲੇ ਹੈ, ਚੰਗੀ ਸੰਗਤ ਕਰਕੇ ਉਹ ਚੰਗੇ ਕਰਮ ਕਰਨ ਲੱਗ ਪੈਂਦੇ ਹੈ।
ਜਿਹੜੇ ਪਾਪ ਕਰਮ ਕਰਨ ਵਾਲੇ ਉਹ ਪੁੰਨ ਕਰਮ ਕਰਨ ਲੱਗ ਪੈਂਦੇ ਹੈ, ਜਿਹੜੇ ਬੁਰੇ ਹਨ ਉਹ ਭਲੇ ਹੋ ਜਾਂਦੇ ਹੈ। ਇਹ ਸਤ ਸੰਗਤ ਦੀ ਵਡਿਆਈ ਹੈ। ਕੱਚ ਪਕਾਈ ਉਥੈ ਪਾਏ, ਜਿਨ੍ਹਾਂ ਨੇ ਕਦੇ ਵੀ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜੇ ਭਾਵਨਾ ਦੇ ਨਾਲ ਸਤ ਸੰਗਤ ਕਰਦੇ ਫਿਰ ਰੰਗ ਲਾਗਤ 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 ਹੈ। ਰੰਗ ਲੱਗਦਾ ਲੱਗਦਾ ਲੱਗ ਜਾਂਦਾ ਹੈ। ਅੱਜ ਸਾਧ ਸੰਗਤ ਜੀ ਕਈਆਂ ਦੇ ਸਿੱਖਾਂ ਦੇ ਸਾਡੇ ਜੀਵਨ ਸਾਡੇ ਸਾਹਮਣੇ ਹੈ, ਜਿਨ੍ਹਾਂ ਨੇ ਕਦੇ ਪਰਮੇਸ਼ਰ ਦਾ ਨਾਮ ਨਹੀਂ ਸੀ ਜਪਿਆ, ਅੱਜ ਇੰਨਾ ਅਭਿਆਸ ਕਰਦੇ ਸਿਮਰਨ ਦਾ, ਸਾਧ ਸੰਗਤ ਜੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਕੱਚ ਪਕਾਈ, ਕੱਚੇ ਜਿਹੜੇ ਕੱਚੇ ਸਨ ਭਜਨਾ ਆਨੰਦ ਤੋਂ ਬਿਨਾਂ, ਉਹ ਅੱਜ ਭਜਨ ਦਾ ਆਨੰਦ ਮਾਣਦੇ ਪਏ। ਦੁਨੀਆ ਦੇ ਰਸਾਂ ਕਸਾਂ ਦੇ, ਸੰਸਾਰ ਦੇ ਪਦਾਰਥਾਂ ਦੇ ਆਨੰਦ, ਵਿਸ਼ਿਆਂ ਦੇ ਆਨੰਦ ਛੱਡ ਕਰਕੇ ਉਹ ਭਜਨਾ ਆਨੰਦ ਮਾਣਦੇ ਪਏ ਹੈ। ਕੱਚ ਪਕਾਈ, ਕੱਚੇ ਜਿਹੜੇ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਦੇ ਆਨੰਦ ਨੂੰ ਮਾਣਨਾ ਕੀਤਾ, ਉਹ ਛੱਡ ਕੇ ਭਜਨ ਆਨੰਦ ਨੂੰ ਮਾਣਦੇ ਹੈ। ਐਸੀ ਸਤ ਸੰਗਤ ਦੀ ਵਡਿਆਈ ਹੈ। ਨਾਨਕ ਗਿਆ ਜਾਪੈ ਜਾਏ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ, ਹੇ ਸਿੱਧੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਨਾਨਕ ਗਿਆ ਜਾਪੈ ਜਾਏ। ਕਹਿੰਦੇ ਜਾਪੈ ਉੱਥੇ ਪਰਮੇਸ਼ਰ ਦੇ ਦਰ ਤੇ ਫਿਰ ਉਹ ਜਾਣਿਆ ਜਾਂਦਾ ਹੈ ਜਿਸ ਨੇ ਜਾਪੈ ਵਾਹਿਗੁਰੂ ਦਾ ਜਾਪ ਕੀਤਾ ਹੈ। ਜਿਸ ਨੇ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਹੈ, ਉਹ ਪਰਮਾਤਮਾ ਦੇ ਦਰ ਤੇ ਜਾਣਿਆ ਮੰਨਣ ਯੋਗ ਹੋ ਜਾਂਦਾ ਹੈ, ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਕਰਦਾ ਹੈ, ਜਿਨ੍ਹਾਂ ਨੇ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਵਨਾ ਦੇ ਨਾਲ ਜਪਿਆ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਹੈ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ, ਆਏ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ। ਉਹ ਗੁਰਮੁਖਾਂ ਦਾ ਜੀਵਨ ਕਿਰਤਾਰਥ ਹੋ ਜਾਂਦਾ ਹੈ ਜੋ ਭਾਵਨਾ ਨਾਲ ਪਰਮੇਸ਼ਰ ਦਾ ਸਿਮਰਨ ਕਰਦੇ ਹੈ। ਇਹ ਸਤਿਗੁਰੂ ਜੀ ਨੇ ਇਸ ਪੌੜੀ ਦੇ ਅੰਦਰ ਜੋ ਸਤ ਸੰਗਤ ਧਰਮਖੰਡ ਦੇ ਪਰਥਾਏ, ਇਹ ਅੰਤਰੀ ਭਾਵ ਦੇ ਵਿੱਚ ਦੂਸਰੇ ਅਰਥਾਂ ਵਿੱਚ ਬਖਸ਼ਿਸ਼ ਕੀਤੀ ਹੈ। ਜੋ ਪਹਿਲੇ ਅਰਥਾਂ ਵਿੱਚ ਸੰਸਾਰ ਦੇ, ਜੋ ਪਰਮੇਸ਼ਰ ਦੇ ਭਾਰਤ ਖੰਡ ਸੰਸਾਰ ਧਰਤੀ ਰੂਪ ਜੋ ਧਰਮਸ਼ਾਲਾ ਪਰਮਾਤਮਾ ਨੇ ਟਿਕਾਈ ਹੋਈ ਹੈ ਆਕਾਸ਼ ਤੇ ਪਤਾਲ ਦੇ ਦਰਮਿਆਨ, ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ, ਤਰ੍ਹਾਂ ਤਰ੍ਹਾਂ ਦੇ ਕਰਮ ਕਰਨ ਵਾਲੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਸਰੀ ਭੂਮਿਕਾ ਜੋ ਤਨੂ ਮਾਨਸਾ ਹੈ, ਹਜੂਰ ਨੇ ਇਸ 34ਵੀਂ ਪੌੜੀ ਦੇ ਅੰਦਰ ਜ਼ਿਕਰ ਕੀਤਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਵਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਨ, ਸਾਨੂੰ ਸਭ ਨੂੰ ਦਰੋਂ ਕਿਉਰੋਂ ਆਪਣੀ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਐਸੀ ਗੁਰੂ ਚਰਨਾਂ ਵਿੱਚ ਮਿਲ ਕੇ ਬੇਨਤੀ ਕਰੀਏ, ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਸਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।